ਆਰਐਸਐਸ ਨੂੰ ਕਿਉਂ ਇੰਪੋਰਟੈਂਟ ਲੱਗਿਆ ਕਿ ਕਿਸਾਨਾਂ ਦਾ ਧਰਨਾ ਖਤਮ ਹੋਣਾ ਚਾਹੀਦਾ। ਕਿਤੇ ਨਾ ਕਿਤੇ ਇਹ ਵੀ ਸ਼ੋਅ ਕਰਨਾ ਚਾਹੁੰਦੇ ਸੀ ਸਿੱਖਾਂ ਨੂੰ ਕਿ ਵੀ ਮੁਸਲਮਾਨ ਨੂੰ ਕਿਸੇ ਹੋਰ ਤਰੀਕੇ ਨਾਲ ਡੀਲ ਹੋਊਗਾ ਇੱਥੇ ਤੇ ਤੁਹਾਨੂੰ ਅਸੀਂ ਹੋਰ ਤਰੀਕੇ ਨਾਲ ਡੀਲ ਕਰਾਂਗੇ। ਇੰਨਾ ਲੇਟ ਕਿਉਂ ਹੋ ਗਿਆ ਫਿਰ? ਜੇ ਡਿਸੀਜਨ ਪਹਿਲਾਂ ਹੀ, ਜੇ ਉਹਨਾਂ ਨੂੰ ਲੱਗਦਾ ਸੀ ਪਹਿਲਾਂ ਹੀ ਕਰਵਾ ਦਿੰਦੇ। ਜੇ ਕੱਲ੍ਹ ਨੂੰ ਪਾਕਿਸਤਾਨ ਨੂੰ ਰੋਕਣਾ ਹੈ, ਚੀਨ ਨੂੰ ਰੋਕਣਾ ਹੈ, ਤਾਂ ਪੰਜਾਬ ਨਾਲੋਂ ਇੰਪੋਰਟੈਂਟ ਲੋਕੇਸ਼ਨ ਕੋਈ ਨਹੀਂ। ਇਕੱਲੇ ਸਿੱਖਾਂ ਨੂੰ ਖੁਸ਼ ਕਰਕੇ ਉਹ ਇਹ ਸੋਚਦੇ ਹੋਣਗੇ ਕਿ ਸਿੱਖਾਂ ਨੂੰ ਕਿਤੇ ਵਰਤਿਆ ਜਾ ਸਕਦਾ ਆਪਦੇ ਲਈ। ਸਾਵਰਕਰ ਜਿੱਥੇ ਗੱਲ ਕਰਦਾ, ਅਖੰਡ ਭਾਰਤ ਦੀ ਗੱਲ ਕਰਦਾ ਜਾਂ ਕੁਝ ਕਰਦਾ, ਉਹਦੇ 'ਚ ਉਹ ਸਿੱਖਾਂ ਦਾ ਰੋਲ ਉਹਦੇ ਵਾਸਤੇ ਕ੍ਰਿਟੀਕਲ ਆ। ਇਹ ਫੈਕਟਰ ਅੱਜ ਦੀ ਡੇਟ 'ਚ ਉੱਥੇ ਉਲਝ ਵੀ ਜਾਂਦੇ ਆ ਇਸ ਤੇ ਤਾਂ ਉਹਨਾਂ ਦਾ ਉਹ ਸੁਪਨਾ ਪੂਰਾ ਨਹੀਂ ਹੁੰਦਾ। ਪੰਜਾਬ ਬਾਰੇ ਇਹ ਕਿਹਾ ਜਾਂਦਾ, ਚਾਹੇ ਉਹ ਅੰਗਰੇਜ਼ ਸੀ ਚਾਹੇ ਕੋਈ ਹੋਰ ਸੀ, ਕਿ ਪੰਜਾਬ 'ਚ ਅਗਰ ਯੂਨਿਟੀ ਹੋ ਜਾਏਗੀ ਨਾ, ਇਹ ਤਾਂ ਪੂਰੀ ਦੁਨੀਆ ਨੂੰ ਮੂਹਰੇ ਲਾ ਲੂ। ਲੈਫਟ ਨੂੰ ਕ੍ਰੈਡਿਟ ਤਾਂ ਕਿਸੇ ਹਾਲਤ 'ਚ ਨਹੀਂ ਉਹਨਾਂ ਨੇ ਦੇਣਾ ਸੀ ਤੇ ਲੈਫਟ ਲੀਡਰਸ਼ਿਪ ਸੀਗਾ ਇਸ ਮੋਰਚੇ ਦੇ ਬਹੁਤ ਹੱਦ ਤੱਕ। ਬੀਜੇਪੀ ਦੀ ਜਿਹੜੀ ਇਕਾਈ ਹੈਗੀ ਆ, ਇਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ, ਉਹ ਤਾਂ ਆਪਣੇ ਨੂੰ ਸਰਪ੍ਰਾਈਜ਼ਡ ਹੀ ਸੀਗੇ, ਠੀਕ ਹੈ। ਤੇ ਈਵਨ ਉਹਨਾਂ ਦੇ ਬੜੇ ਕਲੋਜ਼ੈਸਟ ਬੰਦੇ ਜਿਹੜੇ ਚਾਹੇ ਤੋਮਰ ਸੀ ਜਾਂ ਕੋਈ ਹੋਰ ਸੀ, ਉਹਨੂੰ ਪਤਾ ਨਹੀਂ ਸੀਗਾ। ਤੁਸੀਂ ਕੋਈ ਹੋਰ ਸਕੂਪ ਦੇਖਦੇ ਹੋ ਪੰਜਾਬ ਦੀ ਪੋਲੀਟਿਕਸ ਇਸ ਤਰ੍ਹਾਂ ਦਾ ਇਸ ਧਰਨੇ ਦਾ? ਜਿਵੇਂ ਕਿਹਾ ਜਾਂਦਾ ਨਾ, ਪਹਿਲੀ ਵਾਰ ਇਹ ਹੋ ਰਿਹਾ ਹੈਗਾ ਇਲੈਕਸ਼ਨ ਦੇ ਇੰਨਾ ਨੇੜੇ ਆ ਕੇ ਕਿਸੇ ਪਾਰਟੀ ਦਾ ਕੋਈ ਨੈਰੇਟਿਵ ਬਿਲਡ ਹੋ ਜਾਂਦਾ ਸੀ। ਦੇਰ ਇਜ਼ ਨੋ ਨੈਰੇਟਿਵ ਐ ਕਿਹਾ ਜਾ ਰਿਹਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕਿਸਾਨ ਧਰਨੇ ਦੀ ਜਿੱਤ ਹੋਈ ਹੈ। ਇਸ ਜਿੱਤ ਦੇ ਬਹੁਤ ਸਾਰੇ ਮਤਲਬ ਕੱਢੇ ਜਾ ਰਹੇ ਨੇ, ਬਹੁਤ ਸਾਰੀਆਂ ਵਿਆਖਿਆਵਾਂ ਹੋ ਰਹੀਆਂ ਨੇ। ਕੋਈ ਕਹਿੰਦਾ ਚੀਨ ਦਾ ਅਸਰ ਹੋਇਆ, ਕੋਈ ਕਹਿੰਦੇ ਸਿੱਖਾਂ ਤੋਂ ਡਰ ਗਏ, ਕੋਈ ਇਹ ਕਹਿੰਦਾ ਕਿ ਕਿਸਾਨਾਂ ਨੇ ਜ਼ੋਰ ਹੀ ਇੰਨਾ ਲਾਤਾ ਸੀ, ਕੋਈ ਕਹਿੰਦਾ ਇੰਨਾ ਲੰਮਾ ਅੰਦੋਲਨ ਕਦੇ ਚੱਲਿਆ। ਬਹੁਤ ਸਾਰੀਆਂ ਵਿਆਖਿਆਵਾਂ ਤੇ ਬਹੁਤ ਸਾਰੇ ਮਤਲਬ। ਸਾਡੇ ਨਾਲ ਅਜੇਪਾਲ ਸਿੰਘ ਬਰਾੜ ਨੇ, ਜਿਹੜੇ ਕੌਮਾਂਤਰੀ ਰਾਜਨੀਤੀ 'ਤੇ ਵੀ ਨਜ਼ਰ ਰੱਖਦੇ ਨੇ, ਜਿਹੜੇ ਹਰ ਤਰ੍ਹਾਂ ਦੀ ਰਾਜਨੀਤੀ ਨੂੰ ਘੋਖਦੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਲਈ ਕੀ ਮੀਨਿੰਗ ਆ, ਉਹ ਕਿਵੇਂ ਪੜ੍ਹ ਰਹੇ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ। ਸਵਾਗਤ ਹੈ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਕਿ ਪਹਿਲਾਂ ਅਗਰ ਆਪਾਂ ਡਿਟੇਲ 'ਚ ਬਾਅਦ 'ਚੋਂ ਜਾਂਦੇ ਹਾਂ, ਸਭ ਤੋਂ ਅਹਿਮ ਫੈਕਟਰ ਕਿਹੜਾ ਰਿਹਾ ਹੈਗਾ? ਔਰ ਜੇ ਸਭ ਤੋਂ ਅਹਿਮ 2-3 ਫੈਕਟਰ ਗਿਣਾਓ ਤੁਸੀਂ ਕਿ ਕਿਸਾਨ ਧਰਨਾ ਚੱਲ ਰਿਹਾ ਸੀ, ਵਿੱਚ ਦੀ ਕਹਿੰਦੇ ਗੱਲ ਵੀ ਚੱਲ ਰਹੀ ਸੀ ਬੈਕਡੋਰ ਤੋਂ, ਫਿਰ ਇੱਕਦਮ ਫੈਸਲਾ ਆਉਂਦਾ ਕਿ ਤਿੰਨੇ ਵਾਪਸ, ਇਹਦਾ ਕੀ ਮਤਲਬ ਆ? ਜੇ ਆਪਾਂ ਮੋਟੇ ਫੈਕਟਰਸ ਗਿਣਨੇ ਹੋਣ ਤਾਂ ਇੱਕ ਤਾਂ ਜੋ ਕੌਮਾਂਤਰੀ ਹਾਲਾਤ ਬਣ ਰਹੇ ਸੀ ਉਹਦੇ ਕਰਕੇ ਜੋ ਇੰਟਰਨਲ ਸਿਕਿਉਰਿਟੀ ਇਸ਼ੂਜ਼ ਪੈਦਾ ਹੋ ਸਕਦੇ ਸੀ ਉਹ। ਸੈਕਿੰਡ, ਇਲੈਕਟੋਰਲ ਫੈਕਟਰ ਵੀ, ਇਲੈਕਸ਼ਨ ਵੀ ਇੱਕ ਵਨ ਆਫ ਦਾ ਫੈਕਟਰਸ ਸੀਗੇ। ਅਤੇ ਤੀਜਾ ਜੋ ਆਈਡੀਓਲੋਜੀਕਲੀ ਜੋ RSS ਦੀ ਆਈਡੀਓਲੋਜੀ ਆ, ਉੱਥੇ ਕਿੱਥੇ ਫਿਟ ਇਨ ਹੋ ਰਿਹਾ ਸੀ ਇਹ ਧਰਨਾ ਜਾਂ ਇਹ ਆ। ਬਾਕੀ ਉਹਦੇ ਬਾਅਦ ਇਹ ਵੀ ਹੈ ਕਿ ਡੈਫੀਨੇਟਲੀ ਕਿੰਨੀ ਦੇਰ ਚੱਲਿਆ, ਕਿੰਨਾ ਇੰਟਰਨੈਸ਼ਨਲ ਪ੍ਰੈਸ਼ਰ ਪੈ ਰਿਹਾ ਸੀ ਜਾਂ ਹੋਰ ਪੈ ਰਿਹਾ ਸੀ, ਉਹ ਵੀ ਫੈਕਟਰਸ ਹੈਗੇ ਆ। ਬਟ ਮੈਂ ਇਹ ਕਹੂੰਗਾ ਕਿ ਇਹ ਪਹਿਲੇ 3 ਫੈਕਟਰਸ ਬਹੁਤ ਇੰਪੋਰਟੈਂਟ। ਮੈਂ ਸਭ ਤੋਂ ਪਹਿਲਾਂ ਆਉਣਾ RSS ਦੇ ਬਾਰੇ। RSS ਤਾਂ ਬਹੁਤ ਪਹਿਲਾਂ ਦੀ ਹੈ। RSS ਦਾ ਜਿਹੜਾ ਕਿਸਾਨ ਸੰਘ ਆ, ਉਹ ਵੀ ਇਹਦਾ ਇੱਕ ਲੈਵਲ ਦੇ ਉੱਤੇ ਵਿਰੋਧ ਕਰ ਰਿਹਾ ਸੀ ਪਹਿਲਾਂ। ਹੁਣ RSS ਨੂੰ ਕਿਉਂ ਲੱਗਿਆ, RSS ਨੂੰ ਕਿਉਂ ਇੰਪੋਰਟੈਂਟ ਲੱਗਿਆ ਕਿ ਕਿਸਾਨਾਂ ਦਾ ਧਰਨਾ ਖਤਮ ਹੋਣਾ ਚਾਹੀਦਾ? ਦੇਖੋ, ਜੇ ਤਾਂ ਆਪਾਂ ਕੁਛ ਫੈਕਟਰਸ ਹੁੰਦੇ ਜਿਹੜੇ ਇਮੀਡੀਏਟ ਹੁੰਦੇ, ਟੈਕਟੀਕਲ ਫੈਕਟਰਸ ਹੁੰਦੇ, ਜਿਨ੍ਹਾਂ ਕਰਕੇ ਇੱਕਦਮ ਪੁਆਇੰਟ ਆਫ ਇਨਫਲੈਕਸ਼ਨ ਜਾਂ ਕੂਣੀ ਮੋੜ ਆਇਆ ਉਹਨਾਂ ਦੀ ਸੋਚ ਦੇ ਵਿੱਚ ਇੱਕਦਮ ਰਿਵਰਸਲ ਲਈ, ਉਹਨਾਂ ਨੂੰ ਛੱਡੀਏ ਤਾਂ RSS ਦੀ ਜਿਹੜੀ ਬਰੋਡ ਆਈਡੀਓਲੋਜੀ ਆ, ਉਹ ਬਰੋਡ ਆਈਡੀਓਲੋਜੀ ਦੀ ਜਿਹੜੀ ਸਾਵਰਕਰ ਜਿੱਥੇ ਗੱਲ ਕਰਦਾ, ਅਖੰਡ ਭਾਰਤ ਦੀ ਗੱਲ ਕਰਦਾ ਜਾਂ ਕੁਛ ਕਰਦਾ, ਉਹਦੇ 'ਚ ਉਹ ਸਿੱਖਾਂ ਦਾ ਰੋਲ ਉਹਦੇ ਵਾਸਤੇ ਕ੍ਰਿਟੀਕਲ ਆ, ਉਸ ਅਖੰਡ ਭਾਰਤ ਦੀ ਆਈਡੀਓਲੋਜੀ ਵਾਸਤੇ। ਅਤੇ ਉੱਥੇ ਉਹਨਾਂ ਨੂੰ ਇਹ ਹੈ ਕਿ ਵੀ ਇਹ ਫੈਕਟਰ ਜੇ ਅੱਜ ਦੀ ਡੇਟ 'ਚ ਉੱਥੇ ਉਲਝ ਵੀ ਜਾਂਦੇ ਆ ਇਸ ਤੇ ਤਾਂ ਉਹਨਾਂ ਦਾ ਉਹ ਸੁਪਨਾ ਪੂਰਾ ਨਹੀਂ ਹੁੰਦਾ। ਦੂਸਰੀ ਗੱਲ ਆ, ਉਹ ਇਹਨੂੰ ਬਹੁਤ ਇੱਕ ਮਤਲਬ ਉਹਨੂੰ ਪਾਰਟ ਕਹਿੰਦੇ ਆ। ਉਹ ਕਿਤੇ ਨਾ ਕਿਤੇ ਇਹ ਵੀ ਸ਼ੋਅ ਕਰਨਾ ਚਾਹੁੰਦੇ ਸੀ ਸਿੱਖਾਂ ਨੂੰ ਕਿ ਵੀ ਮੁਸਲਮਾਨ ਨੂੰ ਕਿਸੇ ਹੋਰ ਤਰੀਕੇ ਨਾਲ ਡੀਲ ਹੋਊਗਾ ਇੱਥੇ ਤੇ ਤੁਹਾਨੂੰ ਅਸੀਂ ਹੋਰ ਤਰੀਕੇ ਨਾਲ ਡੀਲ ਕਰਾਂਗੇ। ਹਾਂ, ਉਹ ਕੱਲ੍ਹ ਨੂੰ ਸਿਮੂਲੇਟ ਕਰਦੇ ਆ ਜਾਂ ਉਹ ਜੀ ਫਿਲੋਸਫੀ ਕਰਦੇ, ਉਹ ਅੱਡ ਗੱਲ ਆ। ਬਟ ਉਹ ਜਿਹੜੀ ਰਿਪਰੈਸ਼ਨ ਦੀ ਜਾਂ ਟਰੋਮਾ ਦੇਣ ਦੀ ਜਿਹੜੀ ਉਹਨਾਂ ਦੀ ਆਈਡੀਓਲੋਜੀਕਲੀ, ਉਹ ਉਹਨਾਂ ਦੇ ਫਿਟ ਨਹੀਂ ਹੁੰਦਾ ਸੀ ਇੱਥੇ। ਅਤੇ ਉੱਥੇ ਆ ਕੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਵੀ ਇਹਨਾਂ ਨੂੰ ਅਸੀਂ ਇੱਕ ਕਲੀਅਰ ਮੈਸੇਜ। ਲੇਟ ਕਿਉਂ ਫਿਰ? ਜੇ RSS ਤਾਂ ਕਿਹਾ ਜਾਂਦਾ BJP ਨੂੰ RSS ਚਲਾਉਂਦੀ ਹੈ, ਪ੍ਰਧਾਨ ਮੰਤਰੀ ਮੋਦੀ ਖੁਦ RSS 'ਚੋਂ ਨਿਕਲੇ ਨੇ, ਇੰਨਾ ਲੇਟ ਕਿਉਂ ਹੋ ਗਿਆ ਫਿਰ? ਜੇ ਡਿਸੀਜਨ ਪਹਿਲਾਂ ਹੀ, ਜੇ ਉਹਨਾਂ ਨੂੰ ਲੱਗਦਾ ਸੀ ਪਹਿਲਾਂ ਹੀ ਕਰਵਾ ਦਿੰਦੇ।
ਵੇਖੋ ਮੈਂ ਉਹੀ ਗੱਲ ਆਖੀ ਕਿ ਕੁਝ ਇਮੀਡੀਏਟ ਫੈਕਟਰਸ ਆ ਜਾਂਦੇ ਜਿੰਨਾ ਕਰਕੇ ਇੱਕਦਮ ਇਹ ਟਰਨ ਅਰਾਊਂਡ ਲਿਆਉਣਾ। ਉਹ ਹੋ ਸਕਦਾ ਨੰਬਰ ਆਫ ਅਦਰ ਫੈਕਟਰਸ ਵੀ ਪਹਿਲਾਂ ਸੋਚ ਰਹੇ ਹੋਣ। ਵੇਖੋ ਸ਼ੁਰੂ ਤੋਂ ਹੀ ਮੋਦੀ ਨੇ ਕੋਸ਼ਿਸ਼ ਕੀਤੀ ਕਿ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਗਏ, ਉਦੋਂ ਬਾਅਦ ਉਹਨੇ ਇੱਕ ਲੈਟਰ ਜਾਰੀ ਕੀਤੀ ਜਿਹਦੇ ਵਿੱਚ ਇੱਕ ਡਾਕੂਮੈਂਟ ਜਾਰੀ ਕੀਤਾ ਕਿ ਮੋਦੀ ਦਾ ਸਿੱਖਾਂ ਨਾਲ ਕੀ ਰਿਲੇਸ਼ਨਸ਼ਿਪ ਹੈ। ਜਦੋਂ ਹਲੇ ਆਪਾਂ ਦਿੱਲੀ ਗਏ ਹਾਂ, ਉੱਥੇ ਮੋਰਚਾ ਜੋ ਸ਼ੁਰੂ ਹੀ ਹੋਇਆ, ਉਦੋਂ ਬਾਅਦ ਕੰਟੀਨਿਊਸਲੀ ਉਹ ਕਿਸੇ ਨਾ ਕਿਸੇ ਸਿੱਖ ਲੀਡਰ ਨੂੰ ਜਾਂ ਸੰਤ ਨੂੰ ਲਿਆਉਣ ਦੇ ਇਨਵੋਲਵਮੈਂਟ 'ਚ ਰਹੇ ਆ। ਫੇਲਡ ਅਟੈਂਪਟਸ ਵੀ ਹੋਈਆਂ ਉਹਨਾਂ ਦੀਆਂ, ਜਿਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਕਿਸੇ ਤਰੀਕੇ ਨਾਲ ਅਸੀਂ ਉਹਨਾਂ ਦੇ ਥਰੂ ਇਹ ਸਮਝੌਤਾ ਕਰ ਲਈਏ। ਤਾਂ ਇਹ ਸਿਗਨਲ ਤਾਂ ਉਹ ਭੇਜ ਹੀ ਰਹੇ ਸੀਗੇ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਬੈਕਡ੍ਰੌਪ 'ਚ ਇਹ ਥਾਟ ਉਹਨਾਂ ਦੇ ਕੰਮ ਕਰਦੀ ਸੀ। ਹੁਣ ਕੁਝ ਫੈਕਟਰਸ ਇਹ ਜਿਹੇ ਹੋ ਜਾਂਦੇ ਜਿਹੜੇ ਇਮੀਡੀਏਟ, ਜਿਹੜੇ ਉਹਨੂੰ ਫਿਰ ਇਹ ਕਰਦੇ ਆ ਕਿ ਵੀ ਇਹਨੂੰ ਹੁਣ ਫਟਾਫਟ ਰੈਪ ਅਪ ਕਰਨਾ ਹੈ। ਰੈਪ ਅਪ ਕਰਨ 'ਚ ਜੇ ਆਪਾਂ ਵੇਖੀਏ ਤਾਂ ਉਹ ਇਹ ਸੀਗੇ ਕਿ ਵੀ ਸਿੱਖ ਡਿਸਕੰਟੈਂਟਮੈਂਟ ਵੱਧਦੀ ਪਈ ਸੀਗੀ। ਉਧਰੋਂ ਜੋ ਹਾਲਾਤ ਆ, ਜਿਵੇਂ ਚੀਨ ਦੇ ਜਿਹੜੇ ਹਾਲਾਤ ਆ, ਚੀਨ ਜੇ ਬਾਈਡਨ ਤੇ ਸ਼ੀ ਦੀ ਗੱਲਬਾਤ ਤੋਂ ਬਾਅਦ ਇਹ ਬਿਲਕੁਲ ਕਲੀਅਰ ਹੋ ਗਿਆ ਸੀਗਾ ਕਿ ਚੀਨ ਦਾ ਜਿਹੜਾ ਤਾਇਵਾਨ ਵਾਲਾ ਪਾਸਾ ਉਹ ਸਿਕਿਉਰ ਚੀਨ ਨੇ ਕਾਫੀ ਹੱਦ ਤੱਕ ਕਰ ਲਿਆ। ਹੁਣ ਉਹਦਾ ਜਿਹੜਾ ਸਿੰਗੂਲਰ ਆਬਜੈਕਟਿਵ ਰਹਿ ਗਿਆ ਸੀ ਉਹ ਤਿੱਬਤ ਵਾਲਾ ਪਾਸਾ ਰਹਿ ਗਿਆ ਸੀ, ਉਹਦਾ ਪ੍ਰਾਇਮਰੀ ਆਬਜੈਕਟਿਵ ਬਣ ਗਿਆ ਸੀ। ਉਹ ਜਦੋਂ ਪ੍ਰਾਇਮਰੀ ਆਬਜੈਕਟਿਵ ਬਣਦਾ ਤਾਂ ਉਹਨੇ ਵੇਖੋ ਲਦਾਖ ਵਾਲਾ ਫਰੰਟ ਤਾਂ ਉਹਦਾ ਪਹਿਲਾਂ ਹੀ ਖੁੱਲਿਆ ਹੋਇਆ ਸੀ, ਉਹਨੇ ਅਰੁਣਾਚਲ ਵਾਲਾ ਫਰੰਟ ਵੀ ਖੋਲ੍ਹਤਾ ਹੈਗਾ, ਉੱਥੇ ਪਿੰਡ ਹੀ ਵਸਾਤਾ ਹੈਗਾ ਇੱਕ ਲਿਆ ਕੇ ILSC ਦੇ ਅੰਦਰ। ਦੂਸਰਾ ਉਹਨੇ ਪਹਿਲੀ ਵਾਰ ਮਤਲਬ ਹਜ਼ਾਰਾਂ ਸਾਲਾਂ 'ਚ ਪਹਿਲੀ ਵਾਰ ਹਿੰਦੂ ਹਾਰਟਲੈਂਡ ਦੇ ਅੰਦਰ ਇਨਕਰਸ਼ਨ ਹੋਈ ਆ। ਉੱਤਰਾਖੰਡ ਦੇ ਵਿੱਚ ਕੋਈ 2 ਮਹੀਨੇ ਪਹਿਲਾਂ 12 ਕਿਲੋਮੀਟਰ ਅੰਦਰ ਆਏ ਆ। ਠੀਕ ਹੈ, ਸੋ ਜਿਹੜਾ ਚੀਨ ਦਾ ਪ੍ਰੈਸ਼ਰ ਪਹਿਲਾਂ ਇੱਕ ਲਿਮਿਟਡ ਏਰੀਏ ਦੇ ਵਿੱਚ ਸੀ, ਉਹ ਤਕਰੀਬਨ ਸਾਰੀ ਬਾਰਡਰ ਦੇ ਉੱਤੇ ਆ ਗਿਆ ਅਤੇ ਸੀਰੀਅਸ ਥ੍ਰੈਟਸ ਆ ਗਈਆਂ। ਦੂਜੇ ਪਾਸੇ ਜਿਹੜਾ ਕਸ਼ਮੀਰ ਵਾਲਾ ਥੀਏਟਰ ਆ ਉਹ ਵੀ ਭਖ ਗਿਆ। ਸੋ ਇੰਨਾ ਜਦੋਂ ਏਰੀਆ ਭਖ ਜਾਏ ਉੱਥੇ ਪੰਜਾਬ ਐਕਸਟ੍ਰੀਮਲੀ ਕ੍ਰਿਟੀਕਲ ਹੋ ਜਾਂਦਾ। ਐਕਸਟ੍ਰੀਮਲੀ ਕ੍ਰਿਟੀਕਲ ਇਨ ਦੀ ਸੈਂਸ ਕਿ ਤੁਹਾਡੇ ਕੋਲੇ ਪਹਿਲੀ ਗੱਲ ਤਾਂ ਜਾਟਾਂ ਨੂੰ ਅਤੇ ਸਿੱਖਾਂ ਨੂੰ ਮਿਲਾ ਕੇ ਤਕਰੀਬਨ 40% ਉਹ ਐਕਚੁਅਲ ਜਿਹੜੀ ਫਾਈਟਿੰਗ ਜਿਹਨੇ ਕਰਨੀ ਹੈ ਇਨਫੈਂਟਰੀ 'ਤੇ ਜਾਂ ਆਰਮਰਡ ਨੇ ਲੜਨੀ, ਉਹਦੀ ਤਕਰੀਬਨ 40% ਹਿੱਸਾ ਬਣ ਜਾਂਦੇ ਆ। 30-40% ਹਿੱਸਾ, ਉਹ 30-40% ਹਿੱਸਾ ਜੇ ਤੁਹਾਡੇ ਨਾਲ ਖੁਸ਼ ਨਹੀਂ ਗਾ ਜਾਂ ਨਾਰਾਜ਼ ਆ ਕਿਸੇ ਰੂਪ 'ਚ, ਤਾਂ ਉਹ ਬੜੀ ਵੱਡੀ ਡਿਫੀਕਲਟੀ ਆ। ਅਤੇ ਉਹਦੇ ਇੰਡੀਕੇਸ਼ਨਸ ਵੀ ਦਿੱਤੇ ਆ। ਮਲਿਕ ਸਾਹਿਬ ਨੇ ਵੀ ਆਪਦੀ ਸਪੀਚ ਆਖਿਆ ਵੀ 2 ਜਰਨੈਲਾਂ ਨੇ ਆ ਕੇ ਸਪੈਸੀਫਿਕਲੀ ਆਖਿਆ ਕਿ ਹਾਲਾਤ ਖਰਾਬ ਹੈਗੇ ਆ। ਦੂਸਰੀ ਗੱਲ ਆ ਕਿ ਜਿਹੜਾ ਪੰਜਾਬ ਆ ਉਹਦੀ ਜਿਹੜੀ ਪਲੇਨਸ ਆ, ਇੱਥੋਂ ਹੀ ਮੈਂ ਮਤਲਬ ਇਹ ਫੀਲ ਕਰ ਇੱਥੋਂ ਹੀ ਮਤਲਬ ਇੱਥੇ ਜੇ ਡਿਸਕੰਟੈਂਟਮੈਂਟ ਹੋ ਜਾਂਦੀ ਹੈ, ਇੱਥੇ ਕਿਸੇ ਤਰੀਕੇ ਦੀ ਡਿਸਰਪਸ਼ਨਸ ਹੋ ਜਾਂਦੀਆਂ, ਤਾਂ ਨਾ ਤੁਸੀਂ ਚੀਨ ਨਾਲ ਲੜ ਸਕਦੇ ਹੋ, ਨਾ ਤੁਸੀਂ ਪਾਕਿਸਤਾਨ ਨਾਲ ਲੜ ਸਕਦੇ ਹੋ। ਤਾਂ ਇੰਟਰਨਲ ਸਿਕਿਉਰਿਟੀ ਬਹੁਤ ਕ੍ਰਿਟੀਕਲ ਹੈਗੀ ਆ। ਸੈਕਿੰਡ ਆ ਕਿ ਜਿਹੜਾ ਪੰਜਾਬ ਆ ਇਹ ਇੰਨਾ, ਹੁਣ ਬਾਰਡਰ ਏਰੀਆ ਤਾਂ ਆਪਾਂ ਗੁਜਰਾਤ ਵੀ ਬਾਰਡਰ ਏਰੀਆ, ਰਾਜਸਥਾਨ ਵੀ ਬਾਰਡਰ ਏਰੀਆ, ਪਰ ਪੰਜਾਬ ਐਕਸਟ੍ਰੀਮਲੀ ਕ੍ਰਿਟੀਕਲ ਆ ਬਿਕੋਜ਼ ਇਹ ਪਾਕਿਸਤਾਨ ਦੀ ਹਾਰਟਲੈਂਡ ਦੇ ਅੰਦਰ ਜੱਟ ਇਨ ਕਰਦਾ, ਮਤਲਬ ਇਹ ਅੰਦਰ ਵੜਦਾ। ਉੱਥੋਂ ਅਟੈਕ ਜਦੋਂ ਵੀ ਡਿਵੈਲਪ ਹੋਣਾ, ਇੱਥੇ ਜਦੋਂ ਡਿਵੈਲਪ ਕਰਦੇ ਹੋ ਤਾਂ ਪਾਕਿਸਤਾਨ ਥ੍ਰੈਟਨਡ ਹੋ ਜਾਂਦਾ। ਜੇ ਤੁਸੀਂ 65 ਦੀ ਜੰਗ ਵੀ ਵੇਖੋ, ਉਹਨੇ ਕਸ਼ਮੀਰ ਦੇ ਵਿੱਚ ਇਨਕਰਸ਼ਨ ਸ਼ੁਰੂ ਕੀਤੀ ਸੀ ਤਾਂ ਭਾਰਤ ਨੇ ਪੰਜਾਬ ਵਾਲਾ ਫਰੰਟ ਖੋਲ੍ਹਿਆ। ਜਦੋਂ ਪੰਜਾਬ ਵਾਲਾ ਫਰੰਟ ਖੋਲ੍ਹਿਆ ਤਾਂ ਉਹਨਾਂ ਨੂੰ ਸਾਰਾ ਉੱਥੋਂ ਆਪਦਾ ਤਾਮ ਝਾਮ ਚੱਕ ਕੇ ਇੱਧਰ ਆਉਣਾ ਪਿਆ, ਆਪਦੀ ਡਿਫੈਂਡ ਕਰਨਾ ਪਿਆ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈ ਜੇ ਕੱਲ੍ਹ ਨੂੰ ਪਾਕਿਸਤਾਨ ਨੂੰ ਰੋਕਣਾ, ਚੀਨ ਨੂੰ ਰੋਕਣਾ, ਤਾਂ ਪੰਜਾਬ ਨਾਲੋਂ ਇੰਪੋਰਟੈਂਟ ਲੋਕੇਸ਼ਨ ਕੋਈ ਨਹੀਂ। ਅਤੇ ਜੇ ਇੱਥੋਂ ਦੀ ਪਾਪੂਲੇਸ਼ਨ ਡਿਸਸੈਟਿਸਫਾਈਡ ਆ, ਪਾਪੂਲੇਸ਼ਨ ਉਹ ਵੀ ਫਾਰਮਰ, ਜਿਹਨੇ ਦੇਖੋ 65 ਦੀ ਜੰਗ ਆ ਜਾਂ 71 ਦੀ ਜੰਗ ਆ, ਇਹ ਲੋਕਾਂ ਨੇ ਟਰੈਂਚਾਂ 'ਚ ਜਾ ਕੇ ਮਦਦ ਕੀਤੀ, ਫੂਡ ਸਪਲਾਈ ਦੀ ਆ, ਹੋਰ ਬੜੇ ਨਿੱਕੇ ਲੌਜਿਸਟਿਕ ਸਪਲਾਈਜ਼ ਹੁੰਦੀਆਂ ਜਿਨ੍ਹਾਂ 'ਤੇ ਫੌਜਾਂ ਲੜਦੀਆਂ। ਅਤੇ ਉਹ ਚੀਜ਼ਾਂ 'ਚ ਦੀ ਜੇ ਘਾਟ ਆਉਂਦੀ ਹੈ ਜਾਂ ਉੱਥੇ ਡਿਸਰਪਸ਼ਨ ਹੁੰਦੀ ਹੈ ਜਾਂ ਐਕਸਟ੍ਰੀਮ ਕੇਸ ਹੋ ਜਾਂਦਾ ਕਿ ਲੋਕ ਉੱਠ ਹੀ ਖੜ੍ਹਦੇ ਆ ਉਹਦੇ ਅਗੇਂਸਟ, ਤਾਂ ਇਹ ਚੀਜ਼ ਨਹੀਂ ਚਾਹੁੰਦੇ ਸੀਗੇ ਕਿਤੇ। ਡੋਵਲ ਦੇ ਵੀ ਕੁਝ ਸਟੇਟਮੈਂਟਸ ਪਿਛਲੇ ਦੌਰ ਦੀਆਂ ਨੇ, ਤੁਸੀਂ ਸਾਰਾ ਕੁਝ ਦੇਖ ਰਹੇ ਸੀ ਕਿ ਉਹਨਾਂ 'ਚੋਂ ਵੀ ਸਮਝਿਆ ਜਾ ਸਕਦਾ ਇਸ ਗੱਲ ਨੂੰ? ਡੋਵਲ ਜਿਹੜੀ ਗੱਲ ਕਰ ਰਹੇ ਆ ਉਹ ਕਹਿੰਦੇ ਵੀ ਸਿਵਲ ਸੁਸਾਇਟੀ ਜਿਹੜੀ ਹੈਗੀ ਹੈ ਬਹੁਤ ਖਤਰਨਾਕ ਹੋ ਸਕਦੀ ਹੈ। ਮੇਰਾ ਖਿਆਲ ਉਹ ਜਿਹੜੀ ਇੰਡੀਕੇਸ਼ਨ ਦੇ ਰਹੇ ਆ ਉਹ ਇਹ ਜੰਗ ਆ ਜਿਹੜੀ ਉਹ ਸਿਵਲ ਸੁਸਾਇਟੀ ਡੈਫੀਨੇਟਲੀ ਸਿਵਲ ਸੁਸਾਇਟੀ, ਜੇ ਸਿਵਲ ਸੁਸਾਇਟੀ ਕੀ ਰਿਲੀਜਨ ਵੀ ਇੱਕ ਤਰ੍ਹਾਂ ਸਿਵਲ ਸੁਸਾਇਟੀ ਹੈ ਨਾ, ਵਿਦ ਪੋਲੀਟੀਕਲ ਮਤਲਬ ਫਰੇਮਵਰਕ ਹੈ ਨਾ, ਅਤੇ ਉਹ ਤਾਂ ਉਦੋਂ ਵੀ ਡੇਂਜਰਸ ਹੋ ਸਕਦਾ ਜੇ ਉਹ ਪੂਰਾ ਇੱਕ ਸੈਕਟਰ। ਵੇਖੋ ਤੁਸੀਂ ਉਹਨਾਂ ਦੀ ਸਪੀਚ ਵੀ ਉਹਨੇ ਕਿਹਾ ਵੀ ਇੱਕ ਵਰਗ ਨੂੰ ਅਸੀਂ ਨਹੀਂ ਸੈਟਿਸਫਾਈ ਕਰ ਸਕਦੇ, ਉਹਨੇ ਕਾਨੂੰਨਾਂ ਨੂੰ ਹਾਲੇ ਵੀ ਸਹੀ ਡਿਫਾਈਨ ਕੀਤਾ, ਪਰ ਗੁਰਪੁਰਬ ਦਾ ਚੁਣਨਾ, ਉੱਧਰੋਂ ਮੋਹਨ ਭਾਗਵਤ ਦਾ ਵੀ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜਾਣਾ, ਅਤੇ ਆਪਣਾ ਇਹ ਸਪੈਸ਼ਲੀ ਕਹਿਣਾ ਕਿ ਅਸੀਂ ਇੱਕ ਵਰਗ ਨੂੰ ਸਮਝਾ ਨਹੀਂ ਸਕੇ, ਸਾਡੇ ਕਾਨੂੰਨ ਸੀ ਪਰ ਅਸੀਂ ਫਿਰ ਵੀ ਵਾਪਸ ਲੈਣੇ। ਤਾਂ ਸਿੰਬਲਿਜ਼ਮ ਜਿਹੜਾ ਸਟਰਾਈਕ ਕੀਤਾ ਉਹਨਾਂ ਨੇ ਉਹ ਬਿਲਕੁਲ ਕਲੀਅਰ ਸੀ। ਅਤੇ ਇੱਕ ਸਿਵਲ ਸੁਸਾਇਟੀ, ਰਿਲੀਜਨ ਨੂੰ ਵੀ ਮੈਂ ਇੱਕ ਤਰ੍ਹਾਂ ਸਿਵਲ ਸੁਸਾਇਟੀ ਹੀ ਗਿਣਦਾ, ਕਿਉਂਕਿ ਉਹਦੇ ਵਿੱਚ ਚਲੋ ਸਪਿਰਿਚੁਅਲ ਕਨੋਟੇਸ਼ਨਸ ਵੀ ਹੁੰਦੀਆਂ, ਪੋਲੀਟੀਕਲ ਕਨੋਟੇਸ਼ਨਸ ਵੀ ਹੁੰਦੀਆਂ, ਬਟ ਉਹ ਸਿਵਲ ਸੁਸਾਇਟੀ ਨਾਲੋਂ ਵੀ ਜ਼ਿਆਦਾ ਪੋਰਟੈਂਟ ਹੋ ਜਾਂਦਾ। ਅਤੇ ਜੇ ਉੱਥੇ ਕਿਤੇ ਉੱਥੇ ਕੋਈ ਹੋ ਜੇ, ਅਤੇ ਜੇ ਆਪਾਂ ਦੇਖੀਏ ਪਿਛਲੀਆਂ ਜੋ ਈਵੈਂਟਸ ਹੋਏ ਆ ਇਮੀਡੀਏਟ ਵਿਸਨਟੀ 'ਚ ਉਹਦੇ, ਹਾਲਾਂਕਿ ਤੁਹਾਨੂੰ ਮੈਨੂੰ ਜਾਂ ਪਬਲਿਕ ਨੂੰ ਤਾਂ ਐਕਚੁਅਲ ਜੋ ਹੋ ਰਿਹਾ ਹੁੰਦਾ ਉਹਦਾ ਬਹੁਤ ਘੱਟ ਪਤਾ ਲੱਗਦਾ, ਅਤੇ ਜੋ ਪਹੁੰਚ ਰਹੀ ਖਬਰ ਆਪਣੇ ਕੋਲ ਲੇਟ ਪਹੁੰਚਦੀ ਆ। ਪਰ ਜੇ ਆਪਾਂ ਵੇਖੀਏ ਤਾਂ ਇੱਕ ਫੈਕਟਰ ਇਹ ਹੋਇਆ ਕਿ ਵੀ ਰੈਫਰੈਂਡਮ ਦੇ ਵਿੱਚ ਵੀ
ਰੈਫਰੈਂਡਮ ਹੋਇਆ ਯੂਕੇ 'ਚ, ਵੈਰੀ ਫੈਕਟ ਕਿ ਰੈਫਰੈਂਡਮ ਹੋਇਆ ਤੇ ਉੱਥੇ ਲੋਕ ਵੋਟ ਪਾਉਣ ਆਏ ਆ, ਤਾਂ ਉਹਨੇ ਵੀ ਅਲਾਰਮ ਬੈਲ ਸੈੱਟ ਕੀਤੀ ਉਹਨੇ, ਬਿਕੋਜ਼ ਡਾਇਸਪੋਰਾ ਦਾ ਬੜਾ ਇੰਪੈਕਟ ਆ ਪੰਜਾਬ 'ਤੇ। ਇਸ 'ਚ ਵੀ ਵੇਖਿਆ ਆਪਾਂ, ਪਿੱਛੇ ਵੀ ਵੇਖਿਆ ਆਮ ਆਦਮੀ ਪਾਰਟੀ ਦੇ ਚੁਣਾਵ ਵੇਲੇ ਵੀ ਡਾਇਸਪੋਰਾ ਬਹੁਤ ਇੰਪੈਕਟ ਪਾਉਂਦਾ ਹੈ, ਤਾਂ ਮੈਸੇਜ ਤਾਂ ਪਰਕੂਲੇਟ ਹੁੰਦਾ ਨਾ ਫੀਲਿੰਗਸ ਦਾ। ਸੈਕਿੰਡ ਇਹ ਆ, ਹਾਲਾਂਕਿ ਉਹਦਾ ਜੇ ਚਾਹੇ ਪੋਲੀਟੀਕਲ ਉਹਦੀ ਕੋਈ ਲੀਗਲ ਲੈਜੀਟੀਮੇਸੀ ਨਾ ਹੋਵੇ, ਬਟ ਉਹਦਾ ਇੰਪੈਕਟ ਪੈਂਦਾ ਇੱਥੋਂ ਦੇ ਲੋਕਾਂ 'ਤੇ। ਦੂਸਰੀ ਚੀਜ਼ ਤੁਸੀਂ ਵੇਖੋ ਕਿ ਗੁਰੂਗ੍ਰਾਮ ਦੇ ਵਿੱਚੋਂ ਮਸਜਿਦ ਵਾਲਾ ਇਸ਼ੂ ਹੋਇਆ, ਜਦੋਂ ਮਸਜਿਦਾਂ ਇਹਨਾਂ ਨੇ ਨਮਾਜ਼ ਵਾਸਤੇ ਦੇਣ ਲੱਗੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੱਗਿਆ ਵੀ ਕੋਲੈਬੋਰੇਸ਼ਨ ਇੰਸਟੀਟਿਊਸ਼ਨਲ ਲੈਵਲ 'ਤੇ ਬਣਦੀ ਜਾ ਰਹੀ ਹੈ ਇੱਕ ਦੂਜੇ ਨਾਲ। ਤਾਂ ਉਹ ਜੇ ਦੋ ਕਮਿਊਨਿਟੀਜ਼ ਡਿਫਿਕਲਟ ਮਤਲਬ ਤੁਹਾਡੇ ਅਗੇਂਸਟ ਵਾਲੀਆਂ ਆ ਜਾਣ, ਤਾਂ ਉੱਥੇ ਤਾਂ RSS ਨੂੰ ਤਾਂ ਬਹੁਤ ਚਿੰਤਾ ਵਾਲੀ ਇਸ਼ੂ ਬਣ ਜਾਂਦਾ, ਤੇ ਕੇਂਦਰ ਨੂੰ ਵੀ ਹੋਊਗਾ ਤੇ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਅਸਰ ਤਾਂ ਪੈਂਦਾ ਹੀ। ਉਹਨਾਂ ਨੂੰ ਇਹ ਵੀ ਲੱਗਦਾ ਕਿ ਇਕੱਲੇ ਸਿੱਖਾਂ ਨੂੰ ਖੁਸ਼ ਕਰਕੇ ਉਹ ਇਹ ਸੋਚਦੇ ਹੋਣਗੇ ਕਿ ਸਿੱਖਾਂ ਨੂੰ ਕਿਤੇ ਵਰਤਿਆ ਜਾ ਸਕਦਾ ਆਪਦੇ ਲਈ ਬਿਯੋਂਡ ਦੀ। ਮੈਂ ਆਰਮੀ ਤਾਂ ਚਲੋ ਇੱਕ ਲੀਗਲ ਮਸਲਾ ਹੈਗਾ, ਉਹ ਤੇ ਦੇਸ਼ ਦੀ ਉਹਦਾ ਮਸਲਾ, ਉਹ ਤੋਂ ਬਿਨਾਂ ਪੋਲੀਟੀਕਲੀ ਵੀ ਜਾਂ ਕੰਸੋਲੀਡੇਟ ਕੀਤਾ ਸਕਦਾ ਅਦਰਸ ਦੇ ਖਿਲਾਫ, ਜਿਵੇਂ ਲੈਫਟ ਆ ਜਾਂ ਹੋਰ ਹੈ। ਮੇਰਾ ਖਿਆਲ ਇਹ ਕਿਤੇ ਨਾ ਕਿਤੇ ਉਹਨਾਂ ਦਾ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਇੱਕ ਬਿਲਕੁਲ ਕੋਸ਼ਿਸ਼ ਤਾਂ ਕਰਨ, ਮਤਲਬ ਕੋਸ਼ਿਸ਼ ਦਾ ਐਗਜ਼ਾਮਪਲ ਆ ਰਹੇ ਆ ਜੀ। ਪਹਿਲੀ ਗੱਲ ਤਾਂ ਵੇਖੋ ਕਿ ਕਹਿ ਰਹੇ ਹੋ ਕਿ ਮੁਸਲਮਾਨ ਸਿੱਖ ਇਕੱਠੇ ਹੋ ਰਹੇ ਨੇ, ਕਿਤੇ ਅਲੱਗ-ਅਲੱਗ ਸੋਚਣ ਸਾਰੇ। ਬਿਲਕੁਲ, ਉਹਨਾਂ ਨੇ ਪਹਿਲਾਂ ਤਾਂ ਸਿਗਨਲ ਇਹ ਦਿੱਤਾ ਕਿ ਵੀ ਅਸੀਂ ਮੁਸਲਮਾਨ ਬਾਰੇ ਹੋਰ ਤਰ੍ਹਾਂ ਸੋਚਦੇ ਹਾਂ। 370 ਆ, ਚਾਹੇ NRC ਆ, ਚਾਹੇ CA, ਇਹਨਾਂ ਬਾਰੇ ਅਸੀਂ ਡਿਫਰੈਂਟ ਲਾਈਨ ਆਫ ਅਪਰੋਚ ਆ। ਤੁਹਾਡੇ ਵਾਸਤੇ, ਸਿੱਖਾਂ ਵਾਸਤੇ ਡਿਫਰੈਂਟ ਲਾਈਨ ਆਫ ਅਪਰੋਚ ਹੋਊਗੀ ਸਾਡੀ। ਇੱਥੇ ਅਸੀਂ ਤੁਹਾਨੂੰ ਅਸੀਂ ਭਰਾ ਦੇ ਤੌਰ 'ਤੇ ਮਨਾਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਅਸੀਂ ਸਮਝਾਂਗੇ ਵੀ ਤੁਹਾਡੇ ਵਾਸਤੇ ਸਾਨੂੰ ਅਸੀਂ ਲਾਜ਼ ਵੀ ਟਰਨ ਡਾਊਨ ਕਰ ਸਕਦੇ ਹਾਂ। ਮੋਦੀ ਜੀ ਨੇ ਅੱਜ ਤੱਕ ਕੋਈ ਲਾਅ ਨਹੀਂ ਟਰਨ ਡਾਊਨ ਕੀਤਾ ਸੀ। ਇਹ ਕਹਿੰਦੇ ਸੀ ਮੋਦੀ ਨੇ ਤਾਂ ਮਤਲਬ ਬੈਕ ਟਰੈਕ, ਆਪਾਂ ਆਪਣੇ ਐਨਾਲਿਸਿਸ ਵੀ ਸਭ ਦੇ ਹੀ ਸੀ ਕਿ ਵੀ ਕੁਝ ਸੋਧਾਂ ਕਰ ਸਕਦਾ, ਲਾਜ਼ ਨਹੀਂ ਉਹ ਵਾਪਸ ਲਊਗਾ, ਪਰ ਉਹਨੇ ਰਿਪੀਲ ਕਰਕੇ ਇਹ ਵਿਖਾਤਾ ਕਿ ਵੀ ਤੁਹਾਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਹਾਂ। ਤੇ ਠੀਕ ਹੈ, ਪ੍ਰੈਸ਼ਰਸ ਵੀ ਹੈਗੇ ਆ, ਬਟ ਇੱਕ ਸਿਗਨਲ ਵੀ ਦਿੱਤਾ ਹੈਗਾ। ਸੈਕਿੰਡ ਜਿਹੜੀ ਚੀਜ਼ ਹੈਗੀ ਆ, ਤੁਸੀਂ ਵੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਉਹ ਆਲਮੋਸਟ ਸ਼ੋ ਹੋਣ ਲੱਗੀ। ਮਹਾਰਾਸ਼ਟਰ ਦੇ ਵਿੱਚ ਇੱਕ ਗੁਰਦੁਆਰੇ 'ਤੇ ਅਟੈਕ ਹੋਇਆ ਕੱਲ੍ਹ ਕੇ ਪਰਸੋਂ, ਉਹਦੇ ਵਿੱਚ ਮੁਸਲਮਾਨਾਂ ਨੇ ਇਹ ਹੋਇਆ ਕਿ ਵੀ ਮੁਸਲਮਾਨਾਂ ਨੇ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਤੇ ਅੱਗੋਂ ਫਾਈਟ ਕੀਤੇ। ਸੋ ਇਹ ਜਿਹੇ ਇੰਸੀਡੈਂਟਸ ਹੋਣਗੇ ਜਿਹੜੇ ਤੁਹਾਨੂੰ ਐਂ ਖੜਾ ਕਰਨਗੇ ਉਹਦੇ ਵਿੱਚ, ਠੀਕ ਹੈ। ਸੋ ਖੜਾ ਕਰਨਗੇ ਇੱਕ ਦੂਜੇ ਦੇ ਖਿਲਾਫ ਕਰਨਗੇ, ਤੇ ਉਹ ਚਾਹਣਗੇ ਕਿ ਵੀ ਸਿੱਖਾਂ ਨੂੰ ਈਵਨ ਗੁਰੂਗ੍ਰਾਮ ਦੇ ਕੇਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਉੱਥੇ ਕੋਈ 4000 ਕਿਤਾਬਾਂ ਵੰਡੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ, ਬੱਚਿਆਂ ਦੀ ਸ਼ਹਾਦਤ ਬਾਰੇ, ਤਾਂ ਉਹ ਬਾਈਨਰੀ ਖੜਾ ਕਰਨ ਦੀ ਕੋਸ਼ਿਸ਼ ਕਰਨਗੇ, ਜਿੱਥੇ ਕਿ ਵੀ ਸਿੱਖ ਜਿਹੜਾ ਹੈਗਾ ਉਹ ਪਹਿਲਾਂ ਵਾਂਗੂ ਜਾਂ ਪ੍ਰੀ ਇੰਡੀਪੈਂਡੈਂਸ ਸਮੇਂ ਵਾਂਗੂ ਹਿੰਦੂ ਦੇ ਨਾਲ ਖੜਾ ਹੋਵੇ। ਪੰਜਾਬ ਮਤਲਬ ਇਹ ਵੀ ਹੈਗਾ ਕਿ ਜਿਵੇਂ ਪੰਜਾਬ ਬਾਰੇ ਇਹ ਕਿਹਾ ਜਾਂਦਾ, ਚਾਹੇ ਉਹ ਅੰਗਰੇਜ਼ ਸੀ ਚਾਹੇ ਕੋਈ ਹੋਰ ਸੀ, ਕਿ ਪੰਜਾਬ 'ਚ ਅਗਰ ਯੂਨਿਟੀ ਹੋ ਜਾਏਗੀ ਨਾ, ਇਹ ਤਾਂ ਪੂਰੀ ਦੁਨੀਆ ਨੂੰ ਮੂਹਰੇ ਲਾ ਲੂ। ਇੱਥੇ ਯੂਨਿਟੀ ਜਿਹੜੀ ਹੈਗੀ ਕਿਸੇ ਵੀ ਲੈਵਲ 'ਤੇ ਨਹੀਂ ਹੋਣੀ ਚਾਹੀਦੀ, ਚਾਹੇ ਉਹ ਲੈਫਟ ਵਰਸਸ ਸਿੱਖ ਆ, ਚਾਹੇ ਉਹ ਹਿੰਦੂ ਸਿੱਖ ਮਸਲਾ, ਮੁਸਲਮਾਨ ਮਸਲਾ। ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਕਹਿੰਦੇ ਆ ਕਿ ਸਟੇਟ ਦੀ ਇਹ ਪਾਲਿਸੀ ਰਹੀ ਹੈ ਕਿ ਓਵਰਆਲ ਯੂਨਿਟੀ ਵੀ ਇੱਥੇ ਨਹੀਂ ਚਾਹੀਦੀ ਸਾਨੂੰ। ਦੇਖੋ, ਯੂਨਿਟੀ ਜਦੋਂ ਵੀ ਹੋਈ ਆ, ਹੈ ਨਾ, ਯੂਨਿਟੀ ਪਾਸਟ 'ਚ ਜਦੋਂ ਵੀ ਹੋਈ ਆ, ਮਹਾਰਾਜਾ ਰਣਜੀਤ ਸਿੰਘ ਵੇਲੇ, ਜਿਵੇਂ ਆਪਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਜਾਂ ਮਿਸਲ ਕਾਲ ਵੇਲੇ, ਵੇਖੋ ਕਿ ਜਿਹੜੇ ਮੁਸਲਮਾਨ ਵੀ ਸੀਗੇ ਇੱਥੋਂ ਦੇ, ਉਹ ਵੀ ਸਿੱਖਾਂ ਨੂੰ ਸਪੋਰਟ ਕਰਨ ਲੱਗ ਗਏ ਸੀ। ਜਦੋਂ ਵੀ ਯੂਨਿਟੀ ਹੋਈ ਆ, ਉਦੋਂ ਜਿਹੜਾ ਬਾਹਰ ਦਾ ਕੋਈ ਵੀ ਹੈਗਾ, ਬਾਹਰ ਦੀ ਕੋਈ ਵੀ ਪਾਵਰ ਆ, ਚਾਹੇ ਉਹ ਕਲੋਨੀਅਲ ਪਾਵਰ ਆ ਜਾਂ ਬਾਹਰ ਦੀ, ਉਹਦੀ ਇੰਟਰੂਜਨ ਬੰਦ ਹੋ ਜਾਂਦੀ ਹੈ ਅਤੇ ਉਹ ਆਪਦੇ ਮਫਾਦਾਂ ਨੂੰ ਪੂਰਾ ਨਹੀਂ ਕਰ ਸਕਦਾ। ਸੋ ਡੈਫੀਨੇਟਲੀ ਉਹ ਚੀਜ਼ ਤਾਂ ਕਿਤੇ ਦਿਮਾਗ 'ਚ ਰਹਿੰਦੀ ਹੋਊਗੀ। ਬਟ ਜਿੱਥੇ ਆ ਕਿ ਨਾ ਲੈਫਟ ਦੀ ਗੱਲ ਆ, ਲੈਫਟ ਬਾਰੇ BJP ਬੜੀ ਸਪੈਸੀਫਿਕ ਆ। ਜੇ ਉਹਨਾਂ ਦਾ ਵਿਕਲਪ ਪੱਤਰ ਪੜ੍ਹੋ 2019 ਦੇ ਚੋਣਾਂ ਦਾ, ਉਹ ਬੜਾ ਕਲੀਅਰ ਹੈਗੇ ਆ ਕਿ ਅਸੀਂ ਨੈਕਸਲਾਈਟ ਜਾਂ ਲੈਫਟ ਵਾਲੀਆਂ ਮੂਵਮੈਂਟਸ ਨੂੰ ਅਸੀਂ ਕੰਟੇਨ ਕਰਾਂਗੇ। ਸੋ ਲੈਫਟ ਨੂੰ ਕ੍ਰੈਡਿਟ ਤਾਂ ਕਿਸੇ ਹਾਲਤ 'ਚ ਹੀ ਨਹੀਂ ਉਹਨਾਂ ਨੇ ਦੇਣਾ ਸੀ, ਅਤੇ ਲੈਫਟ ਲੀਡਰਸ਼ਿਪ ਸੀਗਾ ਇਸ ਮੋਰਚੇ ਦੇ, ਬਹੁਤ ਹੱਦ ਤੱਕ ਆਰਗੇਨਾਈਜ਼ ਉਹ ਕਰ ਸ਼ੋ ਹੁੰਦਾ ਸੀਗਾ। ਸੋ ਉਹਨਾਂ ਨੂੰ ਤਾਂ ਉਹਨਾਂ ਨੇ ਇੱਕ ਤਰ੍ਹਾਂ ਇਹ ਕਰਨਾ ਸੀਗਾ ਕਿ ਵੀ ਉਹਨਾਂ ਨੂੰ ਤਾਂ ਭੇਜਣਾ ਸੀ, ਅਤੇ ਡਾਇਰੈਕਟਲੀ ਕਮਿਊਨੀਕੇਸ਼ਨ ਉਹਨੇ ਐਸਟੈਬਲਿਸ਼ ਕੀਤਾ ਮੋਦੀ ਨੇ। ਇੱਕ ਫੈਕਟਰ ਹੋਰ ਵੀ ਹੈ ਕਿ ਜੇ ਮੋਦੀ ਦੇ ਐਂਗਲ ਤੋਂ ਵੀ ਲਈਏ ਤਾਂ ਮੋਦੀ ਸ਼ੀ ਜਿੰਗਪਿੰਗ ਜਾਂ ਪੁਟਿਨ ਵਾਂਗੂ ਇੱਕ ਬੈਨੇਵੋਲੈਂਟ ਡਿਕਟੇਟਰਸ਼ਿਪ ਦੀ ਇਮੇਜ ਲੈ ਰਿਹਾ। ਲੋਕੀ ਇਹ ਲੋਕਤੰਤਰ ਦੀ ਜਿੱਤ ਨਹੀਂ ਗੀ ਕਿਸੇ ਤਰੀਕੇ ਨਾਲ ਵੀ, ਇਹ ਤਾਂ ਉਹਨੇ ਸ਼ੋਅ ਕੀਤਾ ਵੀ ਮੇਰੇ ਮਨ 'ਚ ਆਇਆ ਤਾਂ ਮੈਂ ਲਾ ਸਕਦਾ, ਮੇਰੇ ਮਨ 'ਚ ਆਇਆ ਤਾਂ ਮੈਂ ਖ਼ਤਮ ਕਰ ਸਕਦਾ। ਸੋ ਵੇਖੋ, ਉਹਨੇ ਡਾਇਰੈਕਟ ਕਮਿਊਨੀਕੇਟ ਕੀਤਾ ਲੋਕਾਂ ਨਾਲ, ਅਤੇ ਐਜ਼ ਅ ਬੈਨੀਵੋਲੈਂਟ ਡਿਕਟੇਟਰ ਕਮਿਊਨੀਕੇਟ ਕੀਤਾ, ਜਿਹੜਾ ਕਿ ਆਉਣ ਵਾਲੇ ਸਮੇਂ 'ਚ ਇੱਕ ਤਰ੍ਹਾਂ ਉਹਨੇ ਇਹ ਸ਼ੋਅ ਵੀ ਕਰਤਾ ਕਿ ਕਿਸ ਤਰੀਕੇ ਦਾ ਇੱਥੇ ਸਟਰਕਚਰ ਉੱਭਰਨ ਵਾਲਾ ਆਪਣੇ ਇਹਦੇ ਵਿੱਚ। ਲੇਟਰ ਔਨ ਕੈਬਨਿਟ ਤੇ ਉਹ ਸਾਰੀਆਂ BJP ਦੀ ਆਪਣੀ ਲੀਡਰਸ਼ਿਪ ਕੋਈ ਵੀ ਨਹੀਂ ਲਿਆ, ਜਾਂ ਤੋਮਰ ਹੋਰੀ ਜਿਹੜੇ ਡਿਫੈਂਡ ਕਰਦੇ ਮਰ ਗਏ, ਉਹਨਾਂ ਨੂੰ ਵੀ ਨਾਲ ਨਹੀਂ ਰੱਖਿਆ। ਦੇਖੋ, ਸਾਰੇ ਚਾਹੇ ਆਪਾਂ ਕਿਸਾਨ ਜਥੇਬੰਦੀਆਂ ਨੂੰ ਤਾਂ ਖੈਰ ਪਤਾ ਹੀ ਨਹੀਂ ਲੱਗਿਆ ਹੋ ਕੀ ਗਿਆ, ਅਚਾਨਕ ਹੀ ਸਵੇਰੇ ਉੱਠ ਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਵੀ ਲਾਜ਼ ਹੋ ਗਏ। ਪਹਿਲਾਂ ਤਾਂ ਇਹ ਲੱਗਦਾ ਸੀ ਸ਼ਾਇਦ ਫੇਕ ਨਿਊਜ਼ ਨਾ ਹੋਵੇ, ਪਹਿਲਾਂ ਕਨਫਰਮ ਹੀ ਕਰ ਲਈਏ। ਪਰ ਤੁਸੀਂ ਵੇਖੋ ਕਿ ਆਪਣੀ ਸਟੇਟ BJP ਦੀ ਜਿਹੜੀ ਇਕਾਈ ਹੈਗੀ ਆ, ਇਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ, ਉਹ ਤਾਂ ਆਪਣੇ ਵਾਂਗੂ ਸਰਪ੍ਰਾਈਜ਼ਡ ਹੀ ਸੀਗੇ, ਠੀਕ ਹੈ। ਅਤੇ ਈਵਨ ਉਹਨਾਂ ਦੇ ਬੜੇ ਕਲੋਜ਼ੈਸਟ ਬੰਦੇ ਜਿਹੜੇ, ਚਾਹੇ
ਤੋਮਰ ਸੀ ਜਾਂ ਕੋਈ ਹੋਰ ਸੀ, ਉਹਨੂੰ ਪਤਾ ਨਹੀਂ ਸੀਗਾ। ਇਹ ਤਾਂ ਬਹੁਤ ਹੀ ਸਮਾਲ ਗਰੁੱਪ ਆਫ ਪੀਪਲ, ਹੋ ਸਕਦਾ ਇੱਕ ਜਾਂ ਦੋ ਜਾਂ ਤਿੰਨ ਬੰਦਿਆਂ ਨੇ, ਤੇ ਉਹਦੇ 'ਚ ਵੀ ਅਫਸਰਸ਼ਾਹੀ ਜ਼ਿਆਦਾ ਇਨਵੋਲਵਡ ਹੋਊਗੀ ਜਿਹਨੇ ਇਹ ਡਿਸੀਜਨ ਲਿਆ। ਈਵਨ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਤਾ ਕਿ ਮੈਨੂੰ ਨਹੀਂ ਪਤਾ ਸੀ ਵੀ ਇਹ ਹੋ ਸਕਦਾ, ਤੇ ਮੈਂ ਤਾਂ ਇੰਨਾ ਸੋਚਦਾ ਹੀ ਨਹੀਂ ਸੀਗਾ। ਮੈਂ ਤਾਂ ਇਹ ਸੋਚ ਰਿਹਾ ਸੀ ਕਿ ਕਿਸੇ ਨਾ ਕਿਸੇ ਫਾਰਮ 'ਚ ਇਹਦਾ ਰੈਜ਼ੋਲੂਸ਼ਨ ਨਿਕਲਿਆ ਹੋਵੇ, ਬਟ ਇਹ ਰਿਪੀਲ ਹੋ ਜਾਣਗੇ। ਇਹ ਇੰਨਾ ਸਟਰੋਂਗ ਡਿਸੀਜਨ ਲੈਣਾ, ਉਹ ਵੀ ਵੇਵ ਦੇ ਅਗੇਂਸਟ। ਵੇਖੋ ਉਦੋਂ ਬਾਅਦ ਉਹਨਾਂ ਨੂੰ ਮੋਦੀ ਦੇ ਅਗੇਂਸਟ ਇੱਕ ਵੇਵ ਚੱਲ ਪਈ ਸੀ ਅਗੇਂਸਟ, ਬਿਕੋਜ਼ ਉਹ ਇੱਕ ਮੋਮੈਂਟਮ ਬਣਿਆ ਹੋਇਆ ਸੀ ਪਬਲਿਕ ਦਾ ਨਾ, ਤੇ ਉਹ ਸੋਸ਼ਲ ਮੀਡੀਆ ਤੇ ਹੋਰ ਉਹ ਵੀ ਉਹਨਾਂ ਨੂੰ 2 ਦਿਨ ਲੱਗੇ ਉਹਨੂੰ ਹੈਂਡਲ ਕਰਨ 'ਚ। ਸੋ ਨੈਚੁਰਲੀ ਇਹ ਹੈ ਕਿ ਵੀ ਇਹ ਇੱਕ ਤਰ੍ਹਾਂ ਬੈਨੇਵੋਲੈਂਟ ਡਿਕਟੇਟਰਸ਼ਿਪ ਕਹਿ ਲਓ, ਜਾਂ ਉਹ ਡਿਕਟੇਟਰਸ਼ਿਪ ਵੀ ਸ਼ੋਅ ਕਰਨਾ ਚਾਹੁੰਦਾ, ਉਹ ਲੋਕਤੰਤਰ ਦੇ ਇੰਸਟੀਟਿਊਸ਼ਨਸ ਨੂੰ ਵੀ ਖਤਮ ਕਰਨਾ ਚਾਹੁੰਦਾ, ਬਟ ਐਟ ਸੇਮ ਟਾਈਮ ਇਹ ਸ਼ੋਅ ਕਰਨਾ ਚਾਹੁੰਦਾ ਵੀ ਮੈਂ ਚੰਗਾ ਡਿਕਟੇਟਰ ਹੈਗਾ। ਜਿਵੇਂ ਕੀ ਇਹਨੂੰ ਆਪਾਂ ਐਂ ਪੜ੍ਹ ਸਕਦੇ ਹਾਂ, ਜਿਵੇਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਲੈਫਟ ਦੀਆਂ ਵੀ ਪੜ੍ਹ ਰਹੀਆਂ ਨੇ, ਕਿ ਜੀ ਕਾਰਪੋਰੇਟ ਦੇ ਮਾਡਲ ਨੂੰ ਅਗਰ ਕਿਸੇ ਨੇ ਚੈਲੰਜ ਕੀਤਾ ਹੈਗਾ, ਹੈ ਨਾ, ਹਰ ਮੂਵਮੈਂਟ ਦਾ ਅਸਰ ਕਹਿੰਦੇ ਹੈਗੇ ਇਹੀ ਅਸਰ ਸੀ। ਉਹ ਕਹਿੰਦੇ ਹੈਗੇ ਕਿ ਪੂਰੀ ਦੁਨੀਆ 'ਚ ਅਗਰ ਕਾਰਪੋਰੇਟ ਦਾ ਇਸ ਲੈਵਲ 'ਤੇ ਆਰਗੇਨਾਈਜ਼ਡ ਹੋ ਕੇ ਚੈਲੰਜ ਹੋਇਆ ਤਾਂ ਅਸੀਂ ਕੀਤਾ, ਉਹਦਾ ਅਸਰ ਅੱਜ ਨਹੀਂ ਤੇ ਕੱਲ੍ਹ ਹੋਣਾ ਸੀਗਾ। ਨਹੀਂ, ਕਾਰਪੋਰੇਟ ਮਾਡਲ ਤਾਂ ਵੇਖੋ ਜਿਹੜਾ ਨਿਊ ਲਿਬਰਲ ਮਾਡਲ ਆ ਜਾਂ ਵਾਸ਼ਿੰਗਟਨ ਕੰਸੈਂਸਸ ਕਹਿੰਦੇ ਆ, ਇਹ ਚੈਲੰਜ ਕੋਈ ਇਕੱਲਾ ਇੱਥੇ ਨਹੀਂ ਹੋਇਆ। ਇਹ 99 ਦੇ ਵਿੱਚ ਸਿਐਟਲ 'ਚ ਸਭ ਤੋਂ ਵੱਡਾ ਚੈਲੰਜ ਇਹਨੂੰ ਮਿਲਿਆ ਸੀ। ਉੱਥੇ ਤਕਰੀਬਨ ਜੋ ਆਪਾਂ ਇੱਥੇ ਵੇਖਣ ਨੂੰ ਵੇਖਿਆ, ਉਹ ਤਕਰੀਬਨ ਸਾਰਾ ਕੁਛ ਹੀ ਉੱਥੇ ਹੋਇਆ ਸੀਗਾ। ਉੱਥੇ ਕਾਰਨੀਵਲ ਟਾਈਪ ਲੋਕ ਵੀ ਸੀਗੇ, ਉੱਥੇ ਪ੍ਰੋਟੈਸਟਰਸ ਵੀ ਸੀਗੇ, ਉੱਥੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਵੀ ਸੀ, ਉੱਥੇ ਵਾਇਲੈਂਸ ਵੀ ਸੀਗੀ। ਫਰਕ ਇੰਨਾ ਸੀ ਕਿ ਉਹਨਾਂ ਨੇ ਸਾਰੀ ਚੀਜ਼ ਨੂੰ ਆਪਦਾ ਗਿਣਿਆ, ਤੇ ਉੱਥੇ ਇਹ ਚੈਲੰਜ ਹੋਇਆ, ਤੇ ਉਹ ਚੈਲੰਜ ਇੱਕ ਦਿਨ 'ਚ ਨਹੀਂ ਖਤਮ ਹੋਇਆ। ਇਹ ਨਹੀਂ ਕਿ ਸਿਐਟਲ ਦੀਆਂ 1999 ਉਹਨੂੰ ਮੂਵਮੈਂਟ ਖਤਮ ਹੋ ਗਈ, ਉਹਨੂੰ ਸਾਈਕਲ ਕਹਿੰਦੇ ਹੈਗੇ ਆ। ਸਾਈਕਲ ਮੀਨਸ ਉਹ ਕਿਤੇ ਨਾ ਕਿਤੇ ਅਰਪਟ ਹੁੰਦਾ ਰਹਿੰਦਾ ਜਿੱਥੇ ਨਿਓ ਲਿਬਰਲਿਜ਼ਮ ਹੁੰਦੀ ਹੈ। ਸੋ ਇਹ ਉਸ ਚੇਨ ਆਫ ਇਵੈਂਟਸ 'ਚ ਇੱਕ ਇਵੈਂਟ ਸੀਗਾ। ਜੇ ਆਪਾਂ ਇਹਨੂੰ ਵੇਖੀਏ ਕਿ ਜਿੰਨੇ ਲਾਰਜ ਸੈਕਸ਼ਨ ਇਹਦੇ 'ਚ ਪਾਰਟੀਸਪੇਟ ਕਰਦੇ, ਦੇਖੋ ਇਸ਼ੂ ਤਾਂ ਇੱਕ ਫਾਰਮਰਸ ਦਾ ਕਹਿੰਦੇ ਨੇ। ਫਾਰਮਰਸ ਲੈਟਸ ਅਸਿਊਮ ਕਿ ਵੀ ਪੰਜਾਬ ਦੀ ਵੀ ਪੋਪੂਲੇਸ਼ਨ ਦਾ ਇੱਕ ਹਿੱਸਾ ਹੀ ਹੈਗੇ ਜਿਹੜੇ ਐਕਟਿਵ ਫਾਰਮਰਸ ਆ, ਬਟ ਜਿੱਡੀ ਵੱਡੀ ਇਹਨੂੰ ਤੁਸੀਂ ਮਿਲਦੇ ਸੀ ਸ਼ਾਮ ਨੂੰ, ਤੁਹਾਨੂੰ ਮੋਹਾਲੀ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲੋਕ ਝੰਡੇ ਲਏ ਮਿਲਦੇ ਸੀਗੇ। ਈਵਨ ਦੁਕਾਨਦਾਰ ਵੀ ਤੁਹਾਡੀ ਸਪੋਰਟ 'ਚ ਸੀਗੇ, ਸਨਅਤਕਾਰ ਵੀ ਤੁਹਾਡੀ ਸਪੋਰਟ 'ਚ ਸੀ। ਤਾਂ ਉਹ ਐਕਚੁਅਲੀ ਇਕੱਲੇ ਕੋਈ ਕੱਲ੍ਹ ਨੂੰ ਜਦੋਂ ਵੋਟਾਂ ਪੈਣਗੀਆਂ ਤਾਂ ਉਹ ਮੋਦੀ ਦੇ ਹੱਕ 'ਚ ਹੀ ਪਾ ਦੇਣਗੇ, ਬਟ ਉਹਨਾਂ ਨੂੰ ਜਿਹੜੀ ਪ੍ਰੋਬਲਮ ਸੀਗੀ, ਉਹ ਨਿਓ ਲਿਬਰਲ ਮਾਡਲ ਨੇ ਜਿਹੜੀ ਡਿਸਰਪਸ਼ਨ ਕੀਤੀ ਸੀ ਜਾਂ ਲਾਈਫ ਨੂੰ ਚੇਂਜ ਕਰਤਾ ਸੀ। ਇੱਥੇ ਕਿ ਛੋਟਾ ਸਨਅਤਕਾਰ ਮਾਰ ਰਿਹਾ ਸੀ, ਛੋਟੀ ਦੁਕਾਨਦਾਰੀ ਮਾਰੀ ਗਈ ਆਲਮੋਸਟ, ਠੀਕ ਹੈ ਜੀ। ਅਤੇ ਉਹ ਜਿਹੜੇ ਸੀਗੇ ਉਹ ਸਾਰਿਆਂ 'ਤੇ ਅਸਰ ਪਾ ਰਿਹਾ ਸੀ। ਸੋ ਇਟ ਇਜ਼ ਨਾਟ ਓਨਲੀ ਕਿ ਵੀ ਇੱਥੇ ਹੀ ਚੈਲੰਜ ਹੋਇਆ, ਇਹ ਚੈਲੰਜ ਅਕਰੋਸ ਹੋਇਆ, ਇਹ ਚੈਲੰਜ ਵਧੂਗਾ ਹੋਰ। ਤੁਹਾਨੂੰ ਲੱਗਦਾ 2024 ਤੱਕ ਜਿਹੜੀਆਂ ਮੂਵਮੈਂਟਸ ਸਾਰੀਆਂ, ਜਿਹੜੀ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ, ਇਹਦੇ ਨਾਲ ਇੱਕ ਕੰਸੋਲੀਡੇਸ਼ਨ ਪੂਰੀ ਮੋਦੀ ਦੇ ਅਗੇਂਸਟ ਹੋ ਜਾਏਗੀ 2024 'ਚ, ਜਾਂ ਇਹਦਾ ਕੋਈ ਫਰਕ ਨਹੀਂ ਪਏਗਾ? ਆਪਾਂ ਵਿਧਾਨ ਸਭਾ ਚੋਣਾਂ ਨੂੰ ਛੱਡ ਦਈਏ, 2024 ਤੇ ਸਿੱਧਾ ਚੱਲਦੇ ਆਂਗੇ ਕਿ 2024 'ਚ ਇਹਦਾ ਨੁਕਸਾਨ, ਇਸ ਤਰ੍ਹਾਂ ਦੀ ਕੰਸੋਲੀਡੇਸ਼ਨ ਹੋ ਸਕਦੀ ਹੈ ਕੋਈ? ਨਹੀਂ, ਮੇਰਾ ਖਿਆਲ ਬੀਜੇਪੀ ਨੂੰ ਕੋਈ ਸੀਰੀਅਸ ਚੈਲੰਜ ਨਹੀਂ ਹੋਊਗਾ, ਕਿਉਂਕਿ ਨਿਓ ਲਿਬਰਲਿਜ਼ਮ ਜਿਹੜਾ ਏਜੰਡਾ ਹੈਗਾ ਜਾਂ ਕਾਰਪੋਰੇਟਾਈਜੇਸ਼ਨ ਦਾ ਜਿਹੜਾ ਏਜੰਡਾ, ਉਹ ਵਨ ਆਫ ਦੀ ਪਾਰਟਸ ਆਫ ਦੀ ਬੀਜੇਪੀਜ਼ ਹੋਲ ਜਿਹੜਾ ਬੁੱਕੇ ਆਫ। ਕਾਂਗਰਸ ਦੇ ਟਾਈਮ ਵੀ ਰਿਹਾ ਉਹ ਇੱਕ ਮਸਲਾ ਹੈਗਾ। ਮੈਂ ਕਹਿ ਰਿਹਾਗਾ ਕਿ ਪੋਲੀਟੀਕਲ ਇੰਪਲੀਕੇਸ਼ਨ ਵੀ ਤਾਂ ਹੁੰਦੀ ਹੈ ਨਾ ਹਰ ਚੀਜ਼ ਦੀ। ਆਪਾਂ ਨਿਊ ਲਿਬਰਲ ਠੀਕ ਆ ਮਾਡਲ ਦੀ ਨੂੰ ਆਪਾਂ ਛੱਡ ਦਈਏ, ਉਹ ਮਾਡਲ 'ਚੋਂ ਇੱਕ ਚੀਜ਼ ਮੋਦੀ ਨੂੰ ਪਿੱਛੇ ਹਟਣਾ ਪਿਆ। ਕਾਂਗਰਸ ਵੀ ਇਹੀ ਕੁਛ ਕਰ ਰਹੀ ਸੀ, ਸੇਮ ਕਾਂਗਰਸ ਕਰ ਰਹੀ ਸੀ, ਲੈ ਕੇ ਤਾਂ ਉਹੀ ਆਏ ਨੇ ਇਹ ਮਾਡਲ। ਮੈਂ ਕਹਿ ਰਿਹਾਗਾ ਕਿ ਇਹਦੀ ਪੋਲੀਟੀਕਲ ਇੰਪਲੀਕੇਸ਼ਨ ਹੋਏਗੀ 2024 'ਚ? ਪੋਲੀਟੀਕਲ ਇੰਪਲੀਕੇਸ਼ਨ ਨਹੀਂ ਹੋਣ ਲੱਗੀ, ਕਿਉਂਕਿ ਇਹੀ ਸਰਕਾਰ ਤਕਰੀਬਨ ਰਿਪੀਟ ਹੋਣ ਦੇ ਚਾਂਸ ਆ। ਬਿਕੋਜ਼ ਇੱਕ ਤਾਂ ਸਮਾਂ ਬਹੁਤ ਪਿਆ ਨਾ, 2024 ਬਹੁਤ ਦੂਰ ਆ, ਪੀਪਲ ਹੈਵ ਵੈਰੀ ਸ਼ਾਰਟ ਮੈਮਰੀ। ਸੈਕੰਡਲੀ, ਇਹ ਵਾਈਡ ਸਪਰੈਡ ਨਹੀਂ ਹੋਇਆ, ਐਕਸੈਪਟ ਨਿਊਜ਼ ਜਾਂ ਉਵੇਂ ਹੋ ਗਿਆ, ਪਰ ਇਹ ਲਾਰਜਲੀ ਕੰਟੇਨਡ ਸੀ ਵੈਸਟਰਨ ਯੂਪੀ, ਪੰਜਾਬ ਤੇ ਹਰਿਆਣੇ ਦੇ ਵਿੱਚ। ਸੋ ਇੰਨੀ ਵਾਈਡ ਸਪਰੈਡ ਮੂਵਮੈਂਟ ਨਹੀਂ ਸੀਗੀ ਕਿ ਵੀ ਇਹਨੇ ਬਹੁਤ ਡੀਪ ਇੰਪੈਕਟ ਕੀਤਾ। ਹਾਂ, ਕਿਤੇ ਨਾ ਕਿਤੇ ਮੋਦੀ ਨੂੰ ਇੰਪੈਕਟ ਇਹਦਾ ਪਿਆ, ਪਰ ਮੋਰਲੀ ਤਾਂ ਪਿਆ, ਮੋਰਲੀ ਇੰਪੈਕਟ ਪਿਆ ਵੀ ਆ, ਪਰ ਮੋਰਲੀ ਉਹ ਹੈਂਡਲ ਵੀ ਕਰ ਜਾਣਗੇ ਕਿ ਵੀ ਮੋਦੀ ਇੱਕ ਤਰ੍ਹਾਂ ਇਸ ਤਰੀਕੇ ਦਾ ਲੀਡਰਸ਼ਿਪ ਵੀ ਨੂੰ ਵੀ ਵਿਖਾ ਦੇਣਗੇ ਕਿ ਜਿਹੜਾ ਆਪਦੇ ਹੀ ਫੈਸਲੇ ਲਏਵੇ, ਸਟਰੋਂਗ ਫੈਸਲੇ, ਆਪਦੇ ਬਹਾਵ ਦੇ ਅਗੇਂਸਟ ਜਾ ਕੇ ਵੀ ਫੈਸਲਾ ਲੈ ਸਕਦਾ ਹੈ। ਸਟੇਟਸਮੈਨਸ਼ਿਪ ਵੀ ਸ਼ੋਅ ਕੀਤੀ ਜਾ ਸਕਦੀ, ਇਹ ਵੀ ਸ਼ੋਅ ਕੀਤਾ ਜਾ ਸਕਦਾ ਵੀ ਕਿ ਇੱਕ ਵਰਗ ਨੂੰ ਜਾਂ ਇੱਕ ਦੇਸ਼ ਦੀ ਜ਼ਰੂਰਤਾਂ ਪਿੱਛੇ ਮੋਦੀ ਆਪਦੇ ਇਕਨੋਮਿਕ ਏਜੰਡੇ। ਕਿਉਂ ਕਹਿ ਰਹੇ ਹੋ ਕਿ 2024 'ਚ? ਮੈਨੂੰ ਲੱਗਦਾ ਉਹੀ ਆਉਣਗੇ, ਕਿਉਂਕਿ ਰਾਜਨੀਤੀ 'ਚ ਤਾਂ ਬਹੁਤ ਕੁਝ ਬਦਲ ਜਾਂਦਾ ਹੁੰਦਾ ਹੈਗਾ। ਜਾਂ ਤੁਹਾਨੂੰ ਇਹ ਲੱਗਦਾ ਵੀ ਕਾਂਗਰਸ ਦੇ ਜਾਂ ਸਾਹਮਣੀਆਂ ਧਿਰਾਂ ਦੇ ਕੋਈ ਪੱਲੇ ਹੀ ਨਹੀਂ ਹੈਗਾ? ਐਗਜ਼ੈਕਟਲੀ, ਮਤਲਬ ਮੇਰੇ ਹਿਸਾਬ ਨਾਲ ਵੇਖੋ ਉਹ ਸਟਰਕਚਰਲੀ ਸਟਰੋਂਗ ਨਹੀਂ। ਮਤਲਬ ਤੁਸੀਂ ਵੇਖੋ ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਨਾ, ਤੁਸੀਂ ਫੋਨ ਦੇ ਉੱਤੇ ਜਾ ਕੇ ਪਾਓ ਕਿ ਵੀ ਮੈਨੂੰ ਬੀਜੇਪੀ ਦੀ ਬੈਕਗਰਾਊਂਡਸ ਚਾਹੀਦੀਆਂ ਬੈਨਰ ਬਣਾਉਣ ਵਾਸਤੇ, ਹੈ ਨਾ, ਉਹ ਹਜ਼ਾਰਾਂ ਕੱਢ ਕੇ ਉਹਨਾਂ ਨੇ ਬਣਾ ਕੇ ਛੱਡੀ। ਕਿੱਡਾ ਛੋਟਾ ਜਿਹਾ ਫੰਕਸ਼ਨ ਆ ਨਾ, ਮਤਲਬ ਬੜਾ ਮਾਈਨਰ ਜਿਹਾ ਫੰਕਸ਼ਨ ਆ। ਅੱਜ ਆਪਾਂ ਕਿ ਅਕਾਲੀਆਂ ਦੀਆਂ ਬੈਕਗਰਾਊਂਡ ਚਾਹੀਦੀਆਂ, ਇੱਕ ਵੀ ਨਹੀਂ ਥਿਆਊਗੀ ਤੁਹਾਨੂੰ, ਉਹਦੇ ਤੋਂ ਕੋਈ ਮਟਾਮ ਟੂ ਕੇ ਬਣਾਉਣੀ ਪਊਗੀ ਤੁਹਾਨੂੰ। ਵਟ ਆਈ ਮੀਨ ਟੂ ਸੇ ਇਸ ਕਿ ਉਹ ਇੰਨੇ ਜ਼ਿਆਦਾ ਹੋਏ ਵੇ ਆ
ਆਪਦੇ ਆਪ ਨੂੰ ਉਹਨਾਂ ਨੇ ਸਟਰਕਚਰਲੀ ਇੰਨਾ ਸਟਰੋਂਗ ਕੀਤਾ, ਆਰਗੇਨਾਈਜੇਸ਼ਨਲ ਸਟਰਕਚਰ ਉਹਨਾਂ ਦਾ ਇੰਨਾ ਸਟਰੋਂਗ ਆ ਕਿ ਉਹ ਕਾਬਜ ਹੋਏ ਵੇ ਆ। ਸੈਕਿੰਡ, ਜੇ ਤੁਸੀਂ ਹਿੰਦੁਸਤਾਨ ਦੀ ਪੋਲਿਟਿਕਸ ਦਾ ਟ੍ਰੈਂਡ ਵੀ ਵੇਖੋ, ਜਿਹੜੀ ਪਾਰਟੀ ਦਾ ਇੱਕ ਗ੍ਰਾਫ ਚੱਲ ਪੈਂਦਾ ਹੈ ਉਹ ਤਕਰੀਬਨ ਕਾਫੀ ਲੰਬਾ ਸਪੈਨ ਚੱਲਦਾ, ਚਾਹੇ ਕੋਈ ਰੂਲਰ ਹੋ। ਕਾਂਗਰਸ ਦਾ ਚੱਲਿਆ, ਕਾਂਗਰਸ ਦਾ ਚੱਲਿਆ, ਉਦੋਂ ਪਹਿਲਾਂ ਰੂਲਰਸ ਦਾ ਵੀ ਲਾ ਲਓ। ਜਿਹੜੇ ਰੂਲਰਸ ਇਸ ਜਗ੍ਹਾ ਤੇ ਖੜੇ ਹੋ ਜਾਂਦੇ ਆ ਉਹਨਾਂ ਨੂੰ ਜਲਦੀ ਨਹੀਂ, ਜਦੋਂ ਉਹਦੀ ਡਿਸਰਪਸ਼ਨ ਆਉਂਦੀ ਆ ਫਿਰ ਇੱਕ ਪਾਰਟੀ ਨਹੀਂ ਆਉਂਦੀ, ਫਿਰ ਕੋਲੀਸ਼ਨਸ ਆਉਂਦੀਆਂ। ਤੇ ਹਲੇ ਆਈ ਥਿੰਕ ਬੀਜੇਪੀ ਹੈਜ਼ ਅ ਲੌਂਗ ਟਾਈਮ ਟੂ ਗੋ। ਹਲੇ ਉਹ ਪੀਕ ਨਜ਼ਰ ਨਹੀਂ ਆ ਰਹੀ ਕਿਤੇ, ਐਡੀ ਵੱਡੀ ਡਿਸਸੈਟਿਸਫੈਕਸ਼ਨ ਨਹੀਂ ਗਈ ਕਿ ਵੀ ਕੁਛ ਏਰੀਆ 'ਚ ਹੈਗੀ ਆ, ਕੁਛ ਏਰੀਆ 'ਚ ਉਹ ਹਲੇ ਵੀ ਸਟਰੋਂਗ ਹੈਗੀ। ਤਾਂ ਇਹ ਸਾਰਾ ਕੁਝ ਹੋ ਗਿਆ। ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਦੋ ਤਿੰਨ ਗਰੁੱਪ ਨੇ ਵੱਖ-ਵੱਖ ਤਰੀਕੇ ਨਾਲ ਸੋਚ ਰਹੇ ਨੇ। ਇੱਕ ਤਾਂ ਹੈਗਾ MSP ਤੇ ਲੜੋ, ਟਕੈਤ ਵੀ ਨੇ ਉਹਦੇ 'ਚ, ਉਹ 'ਚ ਜਿਹੜੇ ਕੱਕਾ ਨੇ, ਡੱਲੇਵਾਲ ਨੇ। ਦੂਸਰੇ ਕਹਿ ਰਹੇ ਵਾਪਸ ਆ ਜਾਓ। ਵਾਪਸ ਵਾਲਿਆਂ ਬਾਰੇ ਮੰਨਿਆ ਜਾ ਰਿਹਾ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਹਿੱਸਾ ਹੋ ਸਕਦੇ ਨੇ ਜਾਂ ਆਪਣਾ ਕੋਈ ਮੰਚ ਬਣਾ ਸਕਦੇ ਨੇ। ਤੁਹਾਨੂੰ ਕੀ ਲੱਗਦਾ, ਅਗਰ ਇਸ ਤਰ੍ਹਾਂ ਦਾ ਕੋਈ ਮੰਚ ਬਣਦਾ ਜਾਏ, ਰਾਜਨੀਤੀ ਜਾਂਦੇ ਨੇ ਜਾਂ ਕੁਝ, ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋਗੇ? ਕਿ ਰਿਸਪੌਂਡ ਕਰਨਗੇ ਲੋਕ ਜਾਂ ਉਹਨਾਂ ਨੂੰ ਇਲੈਕਟਰਲ ਪੋਲਿਟਿਕਸ 'ਚ ਕੋਈ ਰਿਸਪੌਂਡ ਨਹੀਂ ਕਰੇਗਾ? ਇਲੈਕਟਰਲ ਪੋਲਿਟਿਕਸ ਦਾ ਇਹ ਤੋਂ ਪਹਿਲਾਂ ਇੱਕ ਐਨੋਲੋਜੀ ਹੈ ਜੀ ਕਿ ਕਿਸ ਤਰੀਕੇ ਨਾਲ ਇਲੈਕਟਰਲ ਪੋਲਿਟਿਕਸ ਦੇ ਵਿੱਚ ਕੋਸ਼ਿਸ਼ ਹੋਈ ਆ। ਉਹ ਹੁਣ ਕਿੰਨੀ ਕੁ ਆਪਾਂ ਤਾਂ ਇੱਕ ਐਨੋਲੋਜੀਜ਼ ਤੋਂ ਡਰਾ ਕਰ ਸਕਦੇ ਕਿ ਪਾਸਟ ਦੇ ਵਿੱਚ ਕੋਈ ਇੰਜਾ ਹੋਇਆ ਕਿ ਨਹੀਂ ਹੋਇਆ। ਪਾਸਟ ਦੇ ਵਿੱਚ ਟਕੈਤ ਸਾਹਿਬ ਨੇ ਵੈਸਟਰਨ ਯੂਪੀ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਖੜਾ ਕੀਤਾ ਜਿਹਦੇ ਸਾਹਮਣੇ ਸਰਕਾਰ ਝੁਕੀ, ਤੇ ਪਰ ਉਹਨਾਂ ਨੇ ਉਸ ਤੋਂ ਬਾਅਦ ਵੈਸਟਰਨ ਯੂਪੀ 'ਚ ਹੀ ਇਲੈਕਸ਼ਨ ਲੜੇ ਜਿਹਦੇ ਵਿੱਚ ਉਹ ਡਿਜ਼ਾਸਟਰ ਹੋ ਗਿਆ। ਸੋ ਇਲੈਕਸ਼ਨ ਪੋਲਿਟਿਕਸ ਜਿਹੜੀ ਹੈਗੀ ਆ ਉਹ ਬਿਲਕੁਲ ਡਿਫਰੈਂਟ ਆ। ਉੱਥੇ ਅੱਜ ਜਦੋਂ ਤੁਸੀਂ ਇੱਕ ਮੋਰਚੇ ਦੀ ਅਗਵਾਈ ਕਰ ਰਹੇ ਸੀ ਤਾਂ ਤੁਹਾਨੂੰ ਇੱਕ ਡੈਮੀ ਗੋਡ ਦਾ, ਇੱਕ ਮਤਲਬ ਦੇਵਤਾ ਦਾ ਸੀ ਜਿਹਦੇ ਤੇ ਕੋਈ ਕੁਐਸਚਨ ਨਹੀਂ ਕਰ ਸਕਦੇ। ਮੋਮੈਂਟ ਤੁਸੀਂ ਇਲੈਕਸ਼ਨ ਪੋਲਿਟਿਕਸ 'ਚ ਆਉਂਦੇ ਹੋ ਤਾਂ ਉਸੇ ਪਿੰਡ ਦੇ ਵਿੱਚ ਉੱਥੇ ਹੀ ਧੜੇ ਬਣ ਜਾਂਦੇ ਆ। ਸੈਕਿੰਡ, ਜਦੋਂ ਕਿਸਾਨ ਲੀਡਰ ਇਲੈਕਸ਼ਨ ਪੋਲਿਟਿਕਸ 'ਚ ਆਉਂਦਾ ਡੈਫੀਨੇਟਲੀ ਉਹਨਾਂ ਨੂੰ ਇੱਕ ਰਬ ਆਫ ਇਫੈਕਟ ਮਿਲੂਗਾ, ਬਟ ਉਹਨਾਂ ਨੂੰ ਇੱਕ ਕਾਡਰ ਇੱਥੇ ਡਿਵੈਲਪ ਕਰਨਾ, ਇੱਕ ਪਲੇਟਫਾਰਮ ਡਿਵੈਲਪ ਕਰਕੇ ਉਹਨੂੰ ਜਲਦੀ ਐਕਟੀਵੇਟ ਕਰਨਾ, ਫਿਰ ਉਦੋਂ ਕਿਸੇ ਪਾਰਟੀ ਚਲੇ ਜਾਂਦੇ ਨੇ, ਪਾਰਟੀ 'ਚ ਡੈਫੀਨੇਟਲੀ ਆਈ ਥਿੰਕ ਸੋ ਪਾਰਟੀ ਨੂੰ ਬੈਨੀਫਿਟ ਹੋਊਗਾ, ਪਾਰਟੀ ਨੂੰ ਵੀ ਬੈਨੀਫਿਟ ਹੋਊਗਾ, ਉਹ ਬੰਦੇ ਨੂੰ ਜਿੱਤਣ ਦਾ ਵੀ ਹੋਊਗਾ, ਬਿਕੋਜ਼ ਫਿਰ ਉਹ ਤੁਹਾਨੂੰ ਕਾਡਰ ਮਿਲ ਜਾਂਦਾ ਹੈ ਤੇ ਉਹਦਾ ਇੰਪੈਕਟ ਪੈਂਦਾ ਹੈਗਾ। ਆਈ ਥਿੰਕ ਉਹਦਾ ਤਾਂ ਡੈਫੀਨੇਟਲੀ ਰਬ ਆਫ ਇਫੈਕਟ ਹੋਊਗਾ। ਤੇ ਜਿਹੜੇ ਲੋਕਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਾਂ ਐਕਟਿਵ ਪਾਰਟਿਸਿਪੇਸ਼ਨ ਰਹੀ ਹੈ ਜਿਹੜੀ ਲੀਡਰਸ, ਉਹਨਾਂ ਨੂੰ ਕਿਤੇ ਨਾ ਕਿਤੇ ਹਲੇ ਉਹ ਅਨਟਰਾਈਡ ਆ ਤੇ ਓਨੈਸਟੀ ਉਹਨਾਂ ਦੇ ਨਵੇਂ ਚਿਹਰੇ ਆ, ਓਨੈਸਟ ਵੀ ਗਿਣੇ ਜਾਂਦੇ ਆ ਜੀ, ਉਹਦਾ ਅਸਰ ਪਊਗਾ ਹੀ ਪਊਗਾ। ਕੀ ਮਤਲਬ ਤੁਸੀਂ ਕੋਈ ਹੋਰ ਸਕੋਪ ਦੇਖਦੇ ਹੋ ਪੰਜਾਬ ਦੀ ਪੋਲਿਟਿਕਸ ਇਸ ਤਰ੍ਹਾਂ ਦਾ ਇਸ ਧਰਨੇ ਦਾ? ਜਿਵੇਂ ਕਿਹਾ ਜਾਂਦਾ ਨਾ, ਪਹਿਲੀ ਵਾਰ ਇਹ ਹੋ ਰਿਹਾ ਹੈਗਾ ਇਲੈਕਸ਼ਨ ਦੇ ਇੰਨਾ ਨੇੜੇ ਆ ਕੇ ਕਿਸੇ ਪਾਰਟੀ ਦਾ ਕੋਈ ਨੈਰੇਟਿਵ ਬਿਲਡ ਹੋ ਜਾਂਦਾ ਸੀ। ਦੇਰ ਇਜ਼ ਨੋ ਨੈਰੇਟਿਵ, ਐਂ ਕਿਹਾ ਜਾ ਰਿਹਾ। ਨਾ ਕਾਂਗਰਸ ਕੋਲੇ ਆ, ਮਤਲਬ ਨਾ ਆਪ ਕੋਲੇ ਆ, ਨਾ ਅਕਾਲੀਆਂ ਕੋਲੇ ਆ, ਨਾ ਕਿਸੇ ਹੋਰ ਕੋਲੇ, ਕਿ ਇੱਕ ਨੈਰੇਟਿਵ ਹੋਵੇ ਜਿਹਦੇ ਜ਼ਰੀਏ ਉਹ ਆਪਣੀ ਲਹਿਰ ਚਲਾ ਰਹੇ। ਥੋੜ੍ਹਾ ਜਿਹਾ ਕੁਛ ਕਰਦੇ ਨੇ, ਕਦੇ ਕੋਈ ਸ਼ਾਮਲ ਕਰ ਲੈਂਦਾ, ਹੈ ਨਾ। ਟੋਕਨਿਜ਼ਮ ਚੱਲ ਰਿਹਾ, ਪੋਲੀਟੀਕਲ ਟੋਕਨਿਜ਼ਮ ਚੱਲ ਰਿਹਾ ਹੈਗਾ। ਅਤੇ ਤੁਹਾਨੂੰ ਲੱਗਦਾ ਕਿ ਇਹਦਾ ਕਾਰਨ ਇਹ ਆ ਕਿ ਇੱਕ ਨੈਰੇਟਿਵ ਕਿਸਾਨਾਂ ਨੇ ਵੱਡਾ ਬਿਲਡ ਕਰਤਾ, ਇਸ ਕਰਕੇ ਕਿਸੇ ਦਾ ਨੈਰੇਟਿਵ ਬਿਲਡ ਨਹੀਂ ਹੋ ਰਿਹਾ? ਇੱਕ ਤਾਂ ਇਹ ਹੈ ਜੀ, ਇੱਕ ਮੇਰਾ ਖਿਆਲ ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਇਸ ਟਾਈਮ, ਕੋਈ ਵੀ ਪੋਲੀਟੀਕਲ ਪਾਰਟੀ ਹੈ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ ਅਕਾਲੀ ਦਲ ਆ, ਇਹ ਸਾਰੀਆਂ ਜਿਹੜੀਆਂ ਨੈਰੇਟਿਵਸ ਕੋਸ਼ਿਸ਼ ਕਰ ਰਹੀਆਂ ਨਾ, ਇਹ ਉਸ ਹਿੱਸੇ 'ਚੋਂ ਕੋਸ਼ਿਸ਼ ਕਰ ਰਹੀਆਂ ਜੋ ਭਾਰਤ ਦੇ ਵਿੱਚ ਬਾਕੀ 'ਚ ਪੋਲੀਟਿਕਸ ਕੀਤੀ ਜਾਂਦੀ ਹੈ। ਵੇਅਰਸ ਪੰਜਾਬ ਨੂੰ ਜਿਹੜਾ ਨੈਰੇਟਿਵ ਪੁੱਲ ਕਰ ਸਕਦਾ, ਜਿਹੜਾ ਨੈਰੇਟਿਵ ਪੰਜਾਬ ਨੂੰ ਉੱਤੇ ਲਿਆਉਣਾ, ਉਹ ਇਹਨਾਂ 'ਚ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ, ਕੋਈ ਪੰਜਾਬ ਦਾ ਨੈਰੇਟਿਵ ਨਹੀਂ ਬਿਲਡਅਪ ਕਰ ਰਿਹਾ, ਹੈ ਨਾ। ਇੱਕ ਸੇਲਸ ਪ੍ਰਮੋਸ਼ਨ ਸਕੀਮ ਲੱਗੀ ਵੀ ਹੈ, ਮੈਂ ਹੱਸਦਾ ਕਿ ਉਵੇਂ ਲੱਗੀ ਹੈ ਜਿਵੇਂ ਈਅਰ ਐਂਡ 'ਤੇ ਕਾਰ ਦੇ ਉੱਤੇ, ਸੇਲ ਦੇ ਉੱਤੇ ਨਾ, ਵੀ ਹੁੰਡਾਈ ਵਾਲੇ ਨੇ ਆਹ ਦੇਤਾ, ਆਪਾਂ ਮਰੂਤੀ ਸ਼ੋਰੂਮ ਜਾਂਦੇ ਰਹੇ, ਉਹਨੇ ਹੋਰ ਵੱਧ ਦੇਤਾ ਆਪਾਂ ਨੂੰ ਡਿਸਕਾਊਂਟ। ਉਸ ਤਰੀਕੇ ਦਾ ਕੰਮ ਚੱਲ ਰਿਹਾ, ਵਿਚ ਇਜ਼ ਨਾਟ ਅ ਨੈਰੇਟਿਵ। ਇਹ ਪੀਸ ਮੀਲ ਪੋਲੀਟਿਕਸ ਹੈਗੀ ਆ, ਪਰ ਕੋਸ਼ਿਸ਼ ਤਾਂ ਸਾਰੇ ਕਰਦੇ ਨੇ, ਕਦੇ ਕਿਸੇ ਨੂੰ ਸ਼ਾਮਲ ਕਰਾਉਂਦੇ ਕਿ ਮੋਮੈਂਟਮ ਬਣ ਜੇ। 4 ਕੁ ਦਿਨ ਕਿਸੇ ਦਾ ਮੋਮੈਂਟਮ ਰਹਿੰਦਾ, 5ਵੇਂ ਦਿਨ ਉਹ ਆਪ ਕੋਈ ਵੀ ਪਾਰਟੀ ਹੈ, ਕਾਂਗਰਸ ਆ, ਅਕਾਲੀ ਦਲ ਆ, ਆਪਾਂ ਹੋਰ ABC ਜਿੰਨੀਆਂ ਪਾਰਟੀਆਂ ਨੇ, ਹੈ ਨਾ, ਕੋਸ਼ਿਸ਼ ਉਹ ਕਰਦੇ ਨੇ, ਨਹੀਂ ਬਿਲਡ। ਮੈਂ ਇਹ ਪੁੱਛ ਰਿਹਾ ਕੀ ਇਹਦਾ ਕਾਰਨ ਇਹੀ ਹੈ ਕਿ ਕਿਸਾਨ ਧਰਨੇ ਨੇ ਪੰਜਾਬ ਦੇ ਅੰਦਰ ਇੱਕ ਆਪਣਾ ਪੋਲੀਟੀਕਲ ਨੈਰੇਟਿਵ ਬਿਲਡ ਕਰਤਾ ਜਿੱਥੇ ਹਰ ਕਿਤੇ ਉਹ ਗੱਲ ਹੋ ਰਹੀ? ਨਹੀਂ, ਡੈਫੀਨੇਟਲੀ ਕਿਸਾਨ ਧਰਨੇ ਨੇ ਇਹ ਤਾਂ ਕਰ ਹੀ ਦਿੱਤਾ ਨਾ ਕਿ ਲੋਕੀ ਸੋਚਣ ਪੋਲੀਟੀਕਲ ਪਾਰਟੀਜ਼ ਤੋਂ ਅੱਗੇ ਲੱਗ ਗਏ ਆ। ਉਹ ਐਕਸਪੈਕਟ ਕਰਦੇ ਆ ਕਿ ਕੋਈ ਫੰਡਾਮੈਂਟਲ ਸ਼ਿਫਟਸ ਹੋਣ। ਇਹ ਜੋ ਦੇ ਰਹੇ ਆ, ਇਹ ਫੰਡਾਮੈਂਟਲ ਸ਼ਿਫਟ ਤਾਂ ਕੋਈ ਨਹੀਂ, ਇੱਕ ਬੰਦਾ ਇੱਧਰੋਂ ਚੱਕ ਕੇ ਉੱਧਰ ਜਾਂਦਾ ਰਿਹਾ, ਉੱਧਰੋਂ ਇੱਧਰ ਜਾਂਦਾ ਰਿਹਾ, ਉਹ ਪੋਲੀਟਿਕਸ ਤਾਂ ਪੁਰਾਣੀ ਚਲਾ ਰਹੇ ਆ ਨਾ ਜੀ। ਵੇਅਰਸ ਕਿਸਾਨ ਧਰਨੇ ਤੋਂ ਆਪਾਂ ਨੂੰ ਸਾਰਿਆਂ ਨੂੰ ਐਕਸਪੈਕਟੇਸ਼ਨ ਸੀ, ਆਮ ਬੰਦੇ ਨੂੰ ਐਕਸਪੈਕਟੇਸ਼ਨ ਸੀ ਕਿ ਇਹਦੇ ਵਿੱਚੋਂ ਘੱਟੋ ਘੱਟ ਪੰਜਾਬ ਦਾ ਕੋਈ ਭਲਾ ਵੀ ਨਿਕਲੂਗਾ। ਮਤਲਬ ਇਕੱਲੇ ਉਹ ਕਿਸਾਨ ਬਿੱਲ ਰੱਦ ਨਹੀਂ ਹੋਣਗੇ, ਇਹਦੇ ਵਿੱਚੋਂ ਭਲਾ ਵੀ ਨਿਕਲੂ। ਭਲਾ ਉਹ ਪੋਲੀਟੀਕਲ ਫਾਰਮੇਸ਼ਨ ਦੇ ਥਰੂ ਨਿਕਲਦਾ ਜਾਂ ਸੋਚ ਦੇ ਥਰੂ ਨਿਕਲਦਾ। ਇਹ ਜਿਹੜੀ ਜਿੱਥੇ ਹੁਣ ਆਪਾਂ ਆ ਕੇ ਖੜੇ ਹੋਏ ਵੇ ਆ, ਉੱਥੇ ਆਪਾਂ ਨਾ ਤਾਂ ਪੋਲੀਟੀਕਲ ਪਾਰਟੀਜ਼ ਨੇ ਤਾਂ ਖੈਰ ਕਿਸਾਨ ਧਰਨੇ 'ਚ ਵੀ ਕੋਈ ਮਤਲਬ ਉੱਥੇ ਤਾਂ ਉਹ ਤਾਂ ਵੈਸੇ ਬੈਂਕਰਪਟ ਹੋਈਆਂ ਵੀ ਆਈਡੀਆਜ਼ ਤੋਂ
ਠੀਕ ਹੈ। ਪਰ ਬਾਕੀ ਲੋਕ ਵੀ ਜਿਹੜੇ ਇੰਟਰਵੈਂਸ਼ਨ ਕਰ ਸਕਦੇ ਸੀ ਗਰੁੱਪਸ, ਉਹਨਾਂ ਨੇ ਕੋਈ ਐਸੇ ਮੁੱਦੇ ਨਹੀਂ ਉਠਾਏ, ਐਸੇ ਨੈਰੇਟਿਵਸ ਨਹੀਂ ਬਿਲਡਅਪ ਕਰ ਪਾਏ, ਜਾਂ ਇਹ ਕਹਿ ਲਓ ਬਿਲਕੁਲ ਨਜ਼ਦੀਕ ਆ ਗਿਆ ਕਿ ਪਹਿਲਾਂ ਉਹ ਵੱਡਾ ਪ੍ਰੋਬਲਮ ਸੀਗੀ, ਤਾਂ ਐਸੀ ਕੋਈ ਨਹੀਂ ਮੁੱਦੇ ਉਠਾ ਪਾ ਰਹੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਗ੍ਰੈਸਪ ਕਰ ਸਕਣ ਤੇ ਲਾਰਜਰ ਸੈਕਸ਼ਨ ਆਫ ਸੋਸਾਇਟੀ ਉਹਨਾਂ ਨੂੰ ਕਰ ਸਕੇ। ਫੋਰ ਐਗਜ਼ਾਮਪਲ ਐਗਰੀਕਲਚਰ ਦੇ ਉੱਤੇ ਹੀ ਲੈ ਲਓ, ਐਗਰੀਕਲਚਰ ਦੇ ਉੱਤੇ ਕੋਈ ਐਸਾ ਮਾਡਲ ਨਹੀਂ ਆਪਾਂ ਡਿਵੈਲਪ ਕਰ ਪਾ ਰਹੇ ਕਿ ਜਿਹੜਾ ਪੰਜਾਬ ਦੀ ਐਗਰੀਕਲਚਰ ਦੇ ਆਨਸਰਸ ਲੱਭੇ, ਕਿਉਂਕਿ ਇਹ ਲਾਜ਼ ਕੈਂਸਲ ਹੋਣ ਨਾਲ ਤਾਂ ਆਨਸਰਸ ਨਹੀਂ ਨਾ। ਰੁਜ਼ਗਾਰ ਇੱਕ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ ਦੀ, ਬਹੁਤ ਵੱਡੀ ਪ੍ਰੋਬਲਮ ਹੈ। ਰੁਜ਼ਗਾਰ ਚੋਂ ਹੀ ਆ ਸਾਰਾ ਹੱਲ ਨਿਕਲਣੇ ਆਪਣੇ, ਕਿ ਸਾਨੂੰ ਬਿਜਲੀ ਫਰੀ ਦੇਣੀ ਪੈਣੀ ਹੈ, ਕਿ ਸਿੱਖਿਆ ਅਸੀਂ ਦੇ ਸਕਦੇ ਹਾਂ ਕਿ ਨਹੀਂ। ਰੁਜ਼ਗਾਰ ਦੇ ਕੋਈ ਹੱਲ ਨਹੀਂ। ਆਪਾਂ ਨੌਕਰੀਆਂ ਦੇ ਨੈਰੇਟਿਵ 'ਚ ਫਸੇ ਹੋਏ ਹਾਂ, ਇੰਨੀ ਹਜ਼ਾਰ ਨੌਕਰੀਆਂ ਦੇ ਦਿੱਤੀਆਂ ਆਪਾਂ ਨੂੰ, ਜਦੋਂ ਕਿ ਸਭ ਨੂੰ ਪਤਾ ਹੈ ਕਿ ਵੀ ਸਰਕਾਰ ਨੌਕਰੀਆਂ ਨਹੀਂ ਪੂਰੀ ਕਰ ਸਕਦੀ, ਸਰਕਾਰ ਰੁਜ਼ਗਾਰ ਨਹੀਂ ਪੂਰਾ ਕਰ ਸਕਦੀ। ਪਰ ਰੁਜ਼ਗਾਰ ਦਾ ਕੋਈ ਨੈਰੇਟਿਵ ਨਹੀਂ ਬਣ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਇਹਨੂੰ ਅਪਰੋਚ ਕਰਾਂਗੇ। ਜੇ ਅਸੀਂ ਕਾਰਪੋਰੇਟ ਨਾਲ ਕਰਾਂਗੇ, ਹਾਈਬ੍ਰਿਡ ਮਾਡਲਸ ਲਿਆਵਾਂਗੇ, ਕਿ ਸਰਕਾਰਾਂ ਨੌਕਰੀਆਂ ਦੇਣਗੀਆਂ, ਕਿ ਸੈਲਫ ਇੰਪਲੋਇਮੈਂਟ ਮੈਥਡਸ ਇੱਥੇ ਜ਼ਿਆਦਾ ਹੋਣਗੇ, ਉਂਝ ਜਾਂ ਕੋਈ ਮੈਥਡ ਨਹੀਂ ਨਿਕਲਿਆ, ਕਰਜ਼ੇ ਦੇ ਉਲਟ ਕੋਈ ਮੈਥਡ ਨਹੀਂ ਨਿਕਲ ਰਿਹਾ। ਸੋ ਵਾਟ ਆਈ ਮੀਨ ਟੂ ਸੇ ਇਸ ਕਿ ਪੰਜਾਬ ਦਾ ਕੋਈ ਨੈਰੇਟਿਵ ਨਹੀਂ ਬਣ ਰਿਹਾ। ਠੀਕ ਆ, ਪਾਰਟੀਆਂ ਫਟਾਫਟ ਕੁਇਕ ਫਿਕਸ ਜੀ ਕਰਕੇ ਕਿਵੇਂ ਨਾ ਕਿਵੇਂ ਇੱਕ ਦੂਜੇ ਨੂੰ ਮਾੜਾ ਕਹਿ ਕੇ, ਚੰਗਾ ਕਹਿ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹੇ। ਧੰਨਵਾਦ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਗੱਲ ਤਾਂ ਇਹ ਨੇ ਅਜੇਪਾਲ ਬਰਾੜ, ਜਿਨ੍ਹਾਂ ਨੇ ਚਾਨਣਾ ਪਾਇਆ ਪੂਰੇ ਮਸਲੇ 'ਤੇ, ਔਰ ਕਹਾਣੀ ਰਾਜਨੀਤੀ 'ਚ ਐਂ ਅੱਗੇ ਵਧਦੀ ਹੈ। ਅਤੇ ਰਾਜਨੀਤੀ 'ਚ ਪੱਕਾ ਕੁਝ ਨਹੀਂ ਹੁੰਦਾ, ਸਥਾਈ ਸ਼ਬਦ ਰਾਜਨੀਤੀ ਦੀ ਡਿਕਸ਼ਨਰੀ 'ਚ ਹੈ ਨਹੀਂ। ਇਸੇ ਕਰਕੇ ਜਦੋਂ ਵੀ ਕੋਈ ਚੀਜ਼ ਅਸਥਾਈ ਹੋਣ ਲੱਗਦੀ ਹੈ, ਨਾਲ ਦੀ ਨਾਲ ਹੀ ਚੀਜ਼ਾਂ ਬਦਲ ਦਿੱਤੀਆਂ ਜਾਂਦੀਆਂ ਨੇ। ਹੁਣ ਦੇਖਦੇ ਹਾਂ RSS ਤੋਂ ਲੈ ਕੇ, ਮੋਦੀ ਤੋਂ ਲੈ ਕੇ, ਕੇਂਦਰ ਤੋਂ ਲੈ ਕੇ ਪੰਜਾਬ ਤੱਕ ਅਗਲੀ ਰਾਜਨੀਤੀ ਕਿਵੇਂ ਬਦਲਦੀ ਹੈ।